ਦੱਤਾਤਰੇ ਨਾਮ ਦਾ ਰਿਖੀ ਹੈ। ਉਸ ਤੋਂ ਅੱਗੇ ਮਹਾਰਾਜ ਜਾਂਦੇ ਹਨ ਅਤੇ ਭਗਤ ਪ੍ਰਹਿਲਾਦ ਜੀ ਦਾ ਜਿੱਥੇ ਆਸਣ ਹੈ ਉੱਥੇ ਪਹੁੰਚਦੇ ਨੇ। ਭਗਤ ਪ੍ਰਹਿਲਾਦ ਜੀ ਨੇ ਸਤਿਗੁਰਾਂ ਦੇ ਆਉਣ ਬਾਰੇ ਜਾਣ ਕੇ ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ। ਭਾਈ ਬਾਲਾ ਜੀ ਕਹਿੰਦੇ ਫਿਰ ਮੈਂ ਭਗਤ ਪ੍ਰਹਿਲਾਦ ਜੀ ਨੂੰ ਉਹਨਾਂ ਤੋਂ ਉਹਨਾਂ ਦੀ ਜੋ ਜੀਵਨ ਕਥਾ ਹੈ ਉਹਦੇ ਬਾਰੇ ਪੁੱਛਿਆ ਸੀ ਅਤੇ ਭਗਤ ਪ੍ਰਹਿਲਾਦ ਜੀ ਨੇ ਵਿਸਥਾਰ ਸਹਿਤ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਮੇਰੇ ਪਿਤਾ ਦੇ ਛੋਟੇ ਭਰਾ ਨੇ, ਜਿਸ ਨੇ ਬਹੁਤ ਬਲ ਪ੍ਰਾਪਤ ਕੀਤਾ ਸੀ ਅਤੇ ਇਸ ਧਰਤੀ ਨੂੰ ਪਤਾਲ ਦੇ 6ਵੇਂ ਹਿੱਸੇ 'ਤੇ ਲੈ ਗਿਆ ਸੀ। ਲੋਕਾਂ ਦੀ ਪੁਕਾਰ ਸੁਣ ਕੇ, ਦੇਵਤਿਆਂ ਦੀ ਪੁਕਾਰ ਸੁਣ ਕੇ ਉਸ ਵੇਲੇ ਪ੍ਰਮਾਤਮਾ ਨੇ ਇੱਕ ਵਿਸ਼ਨੂੰ ਦਾ ਜਿਹੜਾ ਅਵਤਾਰ ਸੀ, ਜਿਸ ਨੂੰ ਸ਼ੁਕਰ ਅਵਤਾਰ ਕਹਿੰਦੇ ਹਾਂ, ਭੱਟ ਸਾਹਿਬਾਨਾਂ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ, ਉਹ ਵੀ ਜਿਹੜਾ ਸੂਰ ਦਾ ਅਵਤਾਰ ਧਾਰਨ ਕੀਤਾ ਅਤੇ ਪਤਾਲ ਦੇ 6ਵੇਂ ਹਿੱਸੇ ਤੋਂ, 6ਵੇਂ ਥਾਂ ਤੋਂ ਧਰਤੀ ਨੂੰ ਵਾਪਸ ਲਿਆਂਦਾ। ਜਦੋਂ ਹਰਨਾਕਸ਼ ਨੂੰ ਆਪਣੇ ਭਰਾ ਦੀ ਮੌਤ ਦੀ ਖਬਰ ਮਿਲੀ, ਇਸ ਨੇ ਬੜਾ ਗੁੱਸਾ ਕੀਤਾ, ਦੰਦਾਂ ਦੇ ਨਾਲ ਆਪਣੇ ਬੁੱਲਾਂ ਨੂੰ ਕੱਟਿਆ, ਅੱਖਾਂ ਲਾਲ ਹੋ ਗਈਆਂ, ਗੁੱਸੇ ਵਿੱਚ ਆ ਗਿਆ। ਗੁੱਸੇ ਵਿੱਚ ਆ ਕਰਕੇ ਪ੍ਰਣ ਕੀਤਾ ਕਿ ਜਿਸ ਵਿਸ਼ਨੂੰ ਨੇ ਮੇਰੇ ਭਰਾ ਦਾ ਵੱਧ ਕੀਤਾ ਹੈ, ਉਹ ਵਿਸ਼ਨੂੰ ਹੀ ਮੇਰਾ ਵਿਰੋਧੀ ਹੈ ਅਤੇ ਮੈਂ ਦੁਨੀਆ ਦੇ ਉੱਤੋਂ ਉਹਦਾ ਨਾਮੋ ਨਿਸ਼ਾਨ ਮੁਕਾ ਦੇਵਾਂਗਾ। ਬਾਅਦ ਵਿੱਚ ਹਿਰਣਕਸ਼ਪ ਹਰਨਾਕਸ਼ ਨੇ ਤਪ ਕਰਨ ਬੈਠਾ, ਬ੍ਰਹਮਾ ਤੋਂ ਵਰ ਲਿਆ, ਵਾਰੇ ਪ੍ਰਾਪਤ ਕੀਤੇ ਸਨ, ਨਾ ਦਿਨੇ ਮਰਾਂ ਨਾ ਰਾਤ ਨੂੰ, ਨਾ ਬਾਹਰ ਮਰਾਂ ਨਾ ਅੰਦਰ ਮਰਾਂ, ਨਾ ਕਿਸੇ ਮਨੁੱਖ ਤੋਂ ਮਰਾਂ, ਨਾ ਕਿਸੇ ਜਾਨਵਰ ਤੋਂ, ਨਾ ਸ਼ਸਤਰ ਤੋਂ, ਨਾ ਅਸਤਰ ਤੋਂ। ਇਉਂ 12 ਵਾਰ ਇਹਨੇ ਪ੍ਰਾਪਤ ਕਰ ਲਏ ਅਤੇ ਜਦ ਇਹਨੇ ਇਹ ਵਰ ਪ੍ਰਾਪਤ ਕੀਤੇ ਅਤੇ ਸੋਚ ਲਿਆ ਕਿ ਹੁਣ ਮੈਂ ਅਮਰ ਹੋ ਗਿਆ ਹਾਂ, ਪਰ ਅਬਨਾਸੀ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ। ਬਾਕੀ ਜਿੰਨੇ ਵੀ ਸੰਸਾਰ ਦੇ ਵਿੱਚ ਸੁਰ ਅਸੁਰ ਹਨ, ਇਹਨਾਂ ਸਾਰਿਆਂ ਦਾ ਸਮਾਂ ਪ੍ਰਭੂ ਵੱਲੋਂ ਨਿਯਤ ਕੀਤਾ ਹੋਇਆ। ਬਾਣੀ ਅੰਦਰ ਆਪਾਂ ਬਚਨ ਪੜ੍ਹਦੇ ਹਾਂ, ਏਕ ਸਿਵ ਭਏ ਏਕ ਗਏ ਏਕ ਫੇਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ब्रह्मा और विष्णु केते वेद और पुराण केते, सिमरत समोहन के होए होए बताए हैं। मोन दी मदार केते अंसा अवतार केते। इस तरह जिन्ने भी संसार विच भावें अवतारी पुरख आए ने, भावें दैंत हन, ये भी संसार दे उत्तों एक दिन सो इन्हां ने चलाना कीता है, इन्हां दा समा है। पर हरनाकश ने जदों ये वर प्राप्त कीते, हंकार दे नाल भर गया, ਸਾਰਿਆਂ ਨੂੰ ਦੁੱਖ ਪਹੁੰਚਾਉਣਾ ਸ਼ੁਰੂ ਕਰ ਦਿੱਤਾ, ਸਾਰੇ ਦੇਵਤਿਆਂ ਨੂੰ ਮਾਰਨਾ ਸ਼ੁਰੂ ਕੀਤਾ। ਫਿਰ ਸਾਰੇ ਦੇਵਤੇ ਇਕੱਤਰ ਹੋ ਕਰਕੇ ਪ੍ਰਭੂ ਦੇ ਪਾਸ ਗਏ। ਉਸ ਵੇਲੇ ਬੇਨਤੀਆਂ ਕਰਨ ਲੱਗੇ, ਕਹਿਣ ਲੱਗੇ ਕਿ ਸਾਡੀ ਹੁਣ ਰੱਖਿਆ ਕਰੋ, ਤੁਹਾਡੇ ਤੋਂ ਸਿਵਾ ਸਾਡੀ ਹੁਣ ਕੋਈ ਰੱਖਿਆ ਕਰ ਨਹੀਂ ਸਕਦਾ। ਤਬ ਮੈਂ ਪ੍ਰਗਟ ਹੋਏ ਜਗ ਮਾਹੀ, ਤੂਰਨ ਹਨੂ ਨਾ ਛਾਡੂ ਤਾਹੀ। ਕਹਿੰਦੇ ਫਿਰ ਆਕਾਸ਼ਬਾਣੀ ਹੋਈ, ਸੁਣ ਕਰ ਅਮਰ ਗਗਨ ਕੀ ਬਾਣੀ, ਸਿਰ ਨਵਾਏ ਕਰ ਬੰਧਨ ਠਾਨੀ। ਅਤੇ ਉਸ ਵੇਲੇ ਆਕਾਸ਼ਬਾਣੀ ਹੋਈ ਕਿ ਸੰਸਾਰ ਦੇ ਵਿੱਚ ਅਸੀਂ ਆਪਣਾ ਭਗਤ ਭੇਜਾਂਗੇ ਅਤੇ ਉਸ ਭਗਤ ਦੀ ਫਿਰ ਰੱਖਿਆ ਕਰਨ ਵਾਸਤੇ ਅਸੀਂ ਪ੍ਰਗਟ ਹੋਵਾਂਗੇ ਵਿਸ਼ਨੂੰ ਜੀ ਦਾ। ਇਹ ਕਹਿੰਦੇ ਬਚਨ ਸੁਣ ਕੇ ਅਸੀਂ ਫਿਰ ਸਾਰੇ ਵਾਪਸ ਪਰਤ ਆਏ ਅਤੇ ਨਿਜ ਨਿਜ ਗਏ ਸਥਾਨ, ਤਬ ਧਰ ਨਿਸ਼ਚੈ ਮਨ ਮਾਹੇ। ਜਾਣਿਓ ਹਨ ਹੈ ਦੈਂਤ ਅਬ, ਕਸ਼ਟ ਨਸ਼ਟ ਹੋਵੇ ਜਾਹੇ। ਉਪਦੇਸ਼ ਸੁਣ ਕੇ, ਆਕਾਸ਼ਬਾਣੀ ਸੁਣ ਕੇ ਅਸੀਂ ਸਾਰੇ ਜਿਹੜੇ ਦੇਵਤੇ ਸਨ ਆਪੋ ਆਪਣੀ ਥਾਵਾਂ 'ਤੇ ਆ ਗਏ। ਜਾਣ ਗਏ ਸਨ ਕਿ ਪ੍ਰਭੂ ਦੀ ਜੋ ਆਕਾਸ਼ਬਾਣੀ ਹੋਈ ਹੈ ਉਹ ਨਿਸ਼ਚੇ ਕਰਕੇ ਸੱਚ ਹੈ। ਇਸ ਦੈਂਤ ਦਾ ਨਾਸ ਪ੍ਰਭੂ ਆਪ ਹੀ ਕਰਨਗੇ। ਜਬ ਜਬ ਰਿਸ਼ਟ ਹੋਤ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ। ਜਦੋਂ ਜਦੋਂ ਸੰਸਾਰ ਦੇ ਵਿੱਚ ਧਰਮ ਨੂੰ ਖਤਮ ਕਰਨ ਵਾਸਤੇ ਐਸੇ ਦੈਂਤ ਪੈਦਾ ਹੁੰਦੇ, ਧਰਮ ਦੀ ਗਲਾਨੀ ਆਉਂਦੀ ਹੈ, ਤਦੋਂ ਤਦੋਂ ਪਰਮਾਤਮਾ ਆਪਣੇ ਅਵਤਾਰਾਂ ਨੂੰ ਸੰਸਾਰ ਵਿੱਚ ਭੇਜਦੇ ਰਹੇ ਹਨ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦਾ ਜਨਮ ਹੋਇਆ ਹਰਨਾਕਸ਼ ਦੇ ਘਰ, ਅਤੇ ਬਾਅਦ ਵਿੱਚ ਪ੍ਰਹਿਲਾਦ ਜੀ ਦੀ ਰੱਖਿਆ ਵਾਸਤੇ
ਨਰ ਸਿੰਘ ਰੂਪ ਧਾਰ ਕੇ ਪ੍ਰਗਟ ਹੋਏ ਤੇ ਹਰਨਾਕਸ਼ ਦਾ ਵੱਧ ਕੀਤਾ ਹੈ। ਉਹ ਸਾਰੀ ਕਥਾ ਪ੍ਰਹਿਲਾਦ ਜੀ ਨੇ ਸੁਣਾਈ ਹੈ। ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਖਡੂਰ ਸਾਹਿਬ ਦੀ ਧਰਤੀ ਤੇ ਸੁਣਾ ਰਹੇ ਨੇ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਅੱਗੇ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਸਾਹਿਬ ਜੀ ਦੀ ਜੋ ਅੰਮ੍ਰਿਤਮਈ ਪਾਵਨ ਜੀਵਨ ਕੌਤਕਾਂ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ। ਮਨ ਬਿਰਤੀਆਂ ਇਕਾਗਰ ਕਰਕੇ ਪਾਵਨ ਕਥਾ ਨੂੰ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। ਕਰੋ ਕਿਰਪਾ, ਰਸਨਾ ਕਰੋ ਪਵਿੱਤਰ, ਪ੍ਰੇਮ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪਗ ਸ਼ੋਭਾ ਬਿਮਲ ਕਰ ਉਰ ਕੋ ਅਲੰਕਾਰ। ਕਵਿਰਾਜ ਕਵੀ ਸੰਤੋਖ ਸਿੰਘ ਜੀ ਸ੍ਰੀ ਨਾਨਕ ਪ੍ਰਕਾਸ਼ ਦਾ ਪੂਰਬਾਰਦ ਦਾ 67ਵਾਂ ਅਧਿਆਏ ਇੱਥੇ ਆਰੰਭ ਕਰਦੇ ਨੇ। ਪਹਿਲਾਂ ਮੰਗਲ ਕਰਦੇ ਨੇ, ਭਾਵ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਨ। ਸ਼੍ਰੀ ਗੁਰ ਪਗ ਸ਼ੋਭਾ ਬਿਮਲ, ਗੁਰੂ ਜੀ ਦੇ ਜੋ ਚਰਨ ਹਨ ਉਹ ਸੁੰਦਰ ਸ਼ੋਭਾ ਵਾਲੇ ਹਨ ਤੇ ਮੈਲ ਨੂੰ ਦੂਰ ਕਰਨ ਵਾਲੇ ਹਨ, ਉਜਲ ਹਨ। ਕਰ ਉਰ ਕੋ ਅਲੰਕਾਰ, ਗੁਰੂ ਜੀ ਦੇ ਉਜਲ ਸ਼ੋਭਾ ਵਾਲੇ ਚਰਨਾਂ ਨੂੰ ਆਪਣੇ ਮੈਂ ਹਿਰਦੇ ਦਾ ਸ਼ਿੰਗਾਰ ਬਣਾਉਂਦਾ ਹਾਂ। ਸ਼ੁਭ ਸੁੰਦਰਤਾ ਪਾਏ ਹੈ ਦਵੈ ਲੋਕਨ ਸਤਕਾਰ। ਜਿਸ ਦੇ ਨਾਲ ਦੋਨਾਂ ਲੋਕਾਂ ਦੇ ਵਿੱਚ ਸਤਕਾਰ ਹੋਵੇਗਾ ਤੇਰਾ, ਸੋਹਣੀ ਸੁੰਦਰਤਾ ਪ੍ਰਾਪਤ ਕਰੇਗਾ ਹਿਰਦਾ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਰੂਪੀ ਚਰਨ ਬਸੇ ਹਨ, ਉਹ ਹਿਰਦੇ ਕਰਕੇ ਸੁੰਦਰ ਹੋ ਜਾਂਦੇ ਨੇ। ਇੱਥੇ ਲੋਕ ਦੇ ਵਿੱਚ ਵੀ ਸ਼ੋਭਾ ਪਾਉਂਦੇ ਨੇ, ਪਰ ਲੋਕ ਦੇ ਵਿੱਚ ਵੀ ਉਹਨਾਂ ਦੀ ਸ਼ੋਭਾ ਜਿਹੜੀ ਹੈ ਉਹ ਉਜਲ ਹੁੰਦੀ ਹੈ। ਦੋਨਾਂ ਲੋਕਾਂ ਦੇ ਵਿੱਚ ਉਹ ਸਤਿਕਾਰੇ ਜਾਂਦੇ। ਇਸ ਦੁਨੀਆ ਦੇ ਵਿੱਚ ਵੀ ਮਾਣ ਪ੍ਰਾਪਤ ਕਰਦੇ ਨੇ ਕੌਣ? ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਦਾ ਗਹਿਣਾ ਬਣਾਇਆ ਹੈ। ਜਿਸ ਤਰ੍ਹਾਂ ਔਰਤ ਕਈ ਤਰ੍ਹਾਂ ਦੇ ਗਹਿਣੇ ਆਪਣੇ ਤਨ 'ਤੇ ਸ਼ਿੰਗਾਰਦੀ ਹੈ ਕਿ ਮੈਂ ਪਤੀ ਨੂੰ ਸੁੰਦਰ ਦਿਸਾਂ, ਔਰਤ ਦਾ ਗਹਿਣਾ ਇੱਕ ਸ਼ਿੰਗਾਰ ਹੈ। ਇਸੇ ਤਰ੍ਹਾਂ ਜੀਵ ਰੂਪ ਇਸਤਰੀ ਦੇ ਹਿਰਦੇ ਦਾ ਗਹਿਣਾ ਜਿਹੜਾ ਹੈ ਉਹ ਪ੍ਰਭੂ ਦਾ ਨਾਮ ਹੈ। ਚਿਤ ਚਰਨ ਨਾਮ, ਇਹ ਨਾਮ ਦੇ ਨਾਲ ਹੀ ਦੋਨਾਂ ਲੋਕਾਂ ਦੇ ਵਿੱਚ ਜੀਵ ਸਤਿਕਾਰਿਆ ਜਾਂਦਾ ਹੈ। ਦੁਨੀਆ ਵਿੱਚ ਭਾਵੇਂ ਕਿੰਨੇ ਵੀ ਕਿਸੇ ਕੋਲ ਅਹੁਦੇ ਹੋਣ, ਧਨ ਦੌਲਤ ਦਾ ਮਾਲਕ ਹੋਵੇ, ਪਰ ਇਹ ਧਨ ਦੌਲਤ, ਇਹ ਅਹੁਦੇ ਪਰਲੋਕ ਵਿੱਚ ਕੋਈ ਵੀ ਜਿਹੜੀ ਹੈ ਉਹ ਮਾਇਨੇ ਨਹੀਂ ਰਖਾਉਂਦੇ। ਇੱਕ ਪ੍ਰਭੂ ਦਾ ਨਾਮ ਹੀ ਜਿਹੜਾ ਹੈ ਉਹ ਪਰਲੋਕ ਦੇ ਵਿੱਚ ਆਦਰ ਮਾਣ ਦਿਵਾਉਣ ਵਾਲਾ ਹੈ। ਹਰੇ ਰੇ ਦਰਗਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਉੱਥੇ ਪਰਲੋਕ ਦੇ ਵਿੱਚ ਵੀ ਉਹ ਮਾਣ ਵਾਲੇ ਸਤਿਕਾਰ ਵਾਲੇ ਹੋ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਹਿਰਦੇ ਘਰ ਦੇ ਵਿੱਚ ਪ੍ਰਭੂ ਦੇ ਨਾਮ ਦਾ ਗਹਿਣਾ ਟਿਕਾਉਣਾ ਕੀਤਾ ਹੈ। ਸ੍ਰੀ ਬਾਲਾ ਸੰਦੁਰਵਾਚ। ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਇਹ ਕਥਾ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਸੁਣਾ ਰਹੇ ਹਨ। ਚਾਓ ਪਈ ਸੁਨੋ ਗੁਰੂ ਅੰਗਦ ਸੁਖ ਰਾਸਾ। ਭਾਈ ਬਾਲਾ ਜੀ ਕਹਿਣ ਲੱਗਿਆ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੁੱਖਾਂ ਦੀ ਖਾਨ ਜੀ, ਅੱਗੇ ਸੁਣੋ। ਹੁਣ ਪ੍ਰਹਿਲਾਦ ਕਹਿਤ ਇਤਿਹਾਸਾ। ਮੈਂ ਭਗਤ ਪ੍ਰਹਿਲਾਦ ਜੀ ਦੇ ਤਾਈਂ ਉਹਨਾਂ ਦੇ ਇਤਿਹਾਸ ਬਾਰੇ ਪੁੱਛਿਆ ਸੀ ਤੇ ਫਿਰ ਭਗਤ ਪ੍ਰਹਿਲਾਦ ਜੀ ਨੇ ਮੇਰੀ ਇਸ ਬਚਨਾਂ ਨੂੰ ਸੁਣ ਕੇ ਤੇ ਆਪਣਾ ਇਤਿਹਾਸ ਇਸ ਤਰ੍ਹਾਂ ਸੁਣਾਇਆ। ਮੁਝ ਸਮੇਤ ਜਨਮੇ ਸੁਤ ਚਾਰਾ। ਕਹਿੰਦੇ ਮੇਰੇ ਸਮੇਤ ਹਰਨਾਕਸ਼ ਦੇ ਘਰ 4 ਪੁੱਤਰਾਂ ਨੇ ਜਨਮ ਲਿਆ ਹੈ। ਕੰਚਨ ਵਪ ਹਰਖੇ ਅਪਾਰਾ। ਤੇ ਇਸੇ ਤਰ੍ਹਾਂ ਜਿਹੜਾ ਕੰਚਨ ਵਪ ਸੋਨੇ ਦੇ ਸਰੀਰ ਵਾਲਾ ਜੋ ਹਿਰਣਕਸ਼ਪ ਹੈ, ਮੋਹ ਪਰ ਕਰੁਣਾ ਨਾਰਦ ਕੀਨੀ। ਉਹ ਬੜਾ ਪ੍ਰਸੰਨ ਹੋਇਆ ਕਿ ਮੇਰੇ ਘਰ ਵਿੱਚ ਪੁੱਤਰਾਂ ਨੇ ਜਨਮ ਲਿਆ ਹੈ। ਤੇ ਕਹਿੰਦੇ ਕਿ ਭਗਤ ਪ੍ਰਹਿਲਾਦ ਜੀ ਕਿ ਮੇਰੇ ਉੱਤੇ ਨਾਰਦ ਨੇ ਕਿਰਪਾ ਕੀਤੀ, ਕਿਉਂਕਿ ਜਿਸ ਤਰ੍ਹਾਂ ਭਗਤ ਧਰੂ ਜੀ ਨੂੰ ਨਾਰਦ ਨੇ ਪ੍ਰਭੂ ਭਗਤੀ ਦੇ ਵਿੱਚ ਪ੍ਰੇਰਿਆ ਸੀ ਨਾ। ਭਾਈ ਗੁਰਦਾਸ ਜੀ ਵੀ ਉਹਦਾ ਜ਼ਿਕਰ ਕਰਦੇ ਹਨ ਕਿ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰਈ ਕੀਤਾ। ਡੱਢੋ ਲੀਕਾ ਮਾਂ ਪੁੱਛੈ ਤੂੰ ਸਾਵਾਣੀ ਹੈ ਕਿ ਸੁਰੀਤਾ। ਸਾਵਾਣੀ ਹਾਂ ਮੈਂ ਜਨਮ ਦੀ, ਨਾਮ ਨ ਭਗਤੀ ਕਰਮ ਦ੍ਰਿੜੀਤਾ। ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਮਾਤਾ ਕਹਿਣ ਲੱਗੀ, ਪੁੱਤਰਾ ਪਰਮੇਸ਼ਰ ਆਰਾਧੀਐ, ਜਿੱਦੋਂ ਹੋਈ ਹੈ ਪਤਤ ਪੁਨੀਤਾ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਉਤੀਤਾ।
ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਮਿਉ ਰਸ ਪੀਤਾ। ਕਹਿੰਦੇ ਨਾਰਦ ਨੇ ਉਪਦੇਸ਼ ਦਿੱਤਾ ਤੇ ਜਿਹੜਾ ਪ੍ਰਭੂ ਭਗਤੀ ਦੇ ਵਿੱਚ ਜੋੜੇ, ਪ੍ਰਭੂ ਦੀ ਭਗਤੀ ਦੇ ਵਿੱਚ ਜੋੜ ਦਵੇ, ਉਹਨੂੰ ਹੀ ਗੁਰੂ ਮੰਨਿਆ ਜਾਂਦਾ ਹੈ। ਉਸ ਵੇਲੇ ਧਰੂ ਜੀ ਦੇ ਗੁਰੂ ਨਾਰਦ ਜੀ ਬਣੇ ਤੇ ਇੱਥੇ ਵੀ ਭਗਤ ਪ੍ਰਹਿਲਾਦ ਜੀ ਨੂੰ ਪ੍ਰਭੂ ਭਗਤੀ ਵਿੱਚ ਜੋੜਨ ਵਾਲੇ ਜਿਹੜੇ ਸਨ, ਕਹਿੰਦੇ ਨਾਰਦ ਜੀ ਸਨ। ਉਹਨਾਂ ਨੇ ਮੇਰੇ ਤਾਈਂ ਉਪਦੇਸ਼ ਦਿੱਤਾ, ਉਹ ਮੇਰੇ ਗੁਰੂ ਬਣੇ। ਸਦਾ ਭਗਤ ਮਹਿ ਮਤ ਰਹਿ ਭੀਨੀ। ਉਹਨਾਂ ਕੋਲੋਂ ਉਪਦੇਸ਼ ਲੈ ਕੇ ਮੇਰੀ ਮੱਤ ਜਿਹੜੀ ਸੀ ਸਦਾ ਪ੍ਰਭੂ ਭਗਤੀ ਦੇ ਵਿੱਚ ਭਿੱਜੀ ਰਹਿੰਦੀ ਸੀ। ਬਾਲ ਬੈਸ ਤੇ ਕ੍ਰੀੜਾ ਤਿਆਗੀ। ਬਚਪਨ ਵਿੱਚ ਹੀ ਮੈਂ ਜਿਹੜੀ ਬਾਲ ਵਾਲੀ ਖੇਡਾਂ ਸੀ, ਜਿਹੜੀਆਂ ਖੇਡਾਂ ਬਾਲਕ ਖੇਡਦੇ ਹਨ, ਉਹ ਤਿਆਗ ਦਿੱਤੀਆਂ। ਹਰ ਕੇ ਚਰਨ ਕਮਲ ਮਤ ਪਾਗੀ। ਬਸ ਫਿਰ ਜਿਹੜੀ ਮੱਤ ਸੀ ਪ੍ਰਭੂ ਦੇ ਚਰਨਾਂ ਕਮਲਾਂ ਦੇ ਵਿੱਚ ਭਿੱਜ ਗਈ। ਇੱਕ ਤਾਂ ਇਹ ਪ੍ਰਭੂ ਵੱਲੋਂ ਭੇਜੇ ਹੋਏ ਅਵਤਾਰੀ ਪੁਰਖ ਹੀ ਸਨ ਭਗਤ ਪ੍ਰਹਿਲਾਦ ਜੀ ਵੀ। ਇੱਕ ਇਹਨਾਂ ਨੂੰ ਬਚਪਨ ਵਿੱਚ ਹੀ ਐਸੀ ਸਿੱਖਿਆ ਜਿਹੜੀ ਸੀ ਉਹ ਮਿਲ ਗਈ ਤੇ ਇਹਨਾਂ ਨੇ ਖੇਡਾਂ ਜਿਹੜੀਆਂ ਤਿਆਗ ਦਿੱਤੀਆਂ, ਕਿਉਂਕਿ ਬੱਚੇ ਨੂੰ ਆਪ ਹੀ ਜਦ ਮਾਂ-ਬਾਪ ਖੇਡਾਂ ਦੇ ਵਿੱਚ ਲਾਉਂਦੇ ਨੇ ਕਿ ਬੱਚੇ ਦਾ ਮਨ ਪਰਚਿਆ ਰਹੇ, ਉਹ ਬਚਪਨੇ ਵਿੱਚ ਫਿਰ ਉਹ ਖੇਡਾਂ ਦੇ ਵਿੱਚ ਲੱਗ ਜਾਂਦਾ ਹੈ। ਪਰ ਬਚਪਨ ਵਿੱਚ ਹੀ ਕਹਿਣ ਲੱਗੇ ਕਿ ਮੈਨੂੰ ਨਾਰਦ ਮਿਲਿਆ, ਉਹਨੇ ਪ੍ਰਭੂ ਭਗਤੀ ਦੇ ਵਿੱਚ ਜੋੜਿਆ, ਮੇਰਾ ਮਨ ਪ੍ਰਮਾਤਮਾ ਦੀ ਭਗਤੀ ਵਿੱਚ ਭਿੱਜ ਗਿਆ ਤੇ ਮੈਂ ਬਚਪਨ ਵਿੱਚ ਹੀ ਸਾਰੀਆਂ ਖੇਡਾਂ ਦਾ ਤਿਆਗ ਕਰ ਦਿੱਤਾ ਤੇ ਪ੍ਰਭੂ ਦੇ ਚਰਨਾਂ ਕਮਲਾਂ ਦੇ ਵਿੱਚ ਮੇਰੀ ਮੱਤ ਭਿੱਜ ਗਈ। ਬੈਠਤ ਊਠਤ ਸੋਵਤ ਜਾਗਤ। ਫਿਰ ਐਸੀ ਕਿਰਪਾ ਹੋਈ ਕਿ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਸਿਮਰਨ ਨਾਮ ਵਿਖੇ ਅਨੁਰਾਗਤ। ਤੇ ਮੈਂ ਕੇਵਲ ਨਾਮ ਦੇ ਵਿੱਚ ਹੀ ਜਿਹੜਾ ਸੀ ਉਹ ਪ੍ਰੇਮ ਕਰਦਾ ਸੀ। ਭਾਵੇਂ ਉਮਰ ਇਹਨਾਂ ਦੀ ਛੋਟੀ ਸੀ, ਜਿਸ ਤਰ੍ਹਾਂ ਭਗਤ ਧਰੂ ਜੀ ਦੀ 5 ਵਰਿਆਂ ਦੀ ਉਮਰ ਸੀ, ਇਸੇ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੀ ਉਮਰ ਵੀ ਜਿਹੜੀ ਉਹ ਛੋਟੀ ਸੀ। ਕਹਿੰਦੇ ਬਚਪਨ ਵਿੱਚ ਫਿਰ ਐਸਾ ਪ੍ਰੇਮ ਪ੍ਰਮਾਤਮਾ ਦੀ ਭਗਤੀ ਵਿੱਚ ਪਿਆ ਕਿ ਨਾਮ ਦੇ ਵਿੱਚ ਹੀ ਮਨ ਜਿਹੜਾ ਸੀ ਉਹ ਪ੍ਰੇਮੀ ਹੋਇਆ ਰਹਿੰਦਾ ਸੀ। ਚਿੰਤਾ ਚਿਤ ਵਿਚਰਨ ਪ੍ਰਭ ਕਬਹੀ। ਹੁਣ ਪ੍ਰਭੂ ਦੇ ਚਰਨਾਂ ਦੀ ਜਿਹੜੀ ਸੀ ਨਾ, ਚਰਨਾਂ ਕਮਲਾਂ ਦੀ ਚਿੰਤਾ ਲੱਗੀ ਰਹਿੰਦੀ ਸੀ ਕਿ ਕਦੋਂ ਮੈਨੂੰ ਉਸ ਮਾਲਕ ਦੀ ਪ੍ਰਾਪਤੀ ਹੋਵੇ। ਜਿਸ ਤਰ੍ਹਾਂ ਕਿਸੇ ਵਸਤੂ ਦੀ ਪ੍ਰਾਪਤੀ ਦੀ ਚਿੰਤਾ ਰਹਿੰਦੀ ਹੈ ਤੇ ਚਿੰਤਾ ਤੇ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ, ਫਿਰ ਜਵਾਨੀ ਵਿੱਚ ਬੁਢੇਪੇ 'ਚ ਜਾ ਕੇ ਹੋਰ ਚਿੰਤਾਵਾਂ ਵੱਧ ਜਾਂਦੀਆਂ ਨੇ। ਪਰ ਜਿਹੜੇ ਪ੍ਰਭੂ ਭਗਤ ਹਨ, ਮਹਾਰਾਜ ਜੀ ਦਾ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਭਗਤ ਤੇਰਾ ਮਨ ਭਾਵੰਦੇ ਦਰ ਸੋਹਣ ਕੀਰਤ ਗਾਵੰਦੇ। ਕਹਾਉਣ ਨੂੰ ਤਾਂ ਹਰੇਕ ਬੰਦਾ ਕਹਾ ਲੈਂਦਾ ਹੈ ਕਿ ਮੈਂ ਭਗਤ ਹਾਂ, ਪਰ ਕਿਹੜੇ ਭਗਤ ਤੁਹਾਨੂੰ ਭਾਉਂਦੇ ਨੇ ਦਰ ਸੋਹਣ ਕੀਰਤ ਗਾਵੰਦੇ, ਜਿਹੜੇ ਤੇਰੇ ਦਰ 'ਤੇ ਬੈਠੇ ਹੋਏ ਕੇਵਲ ਤੇਰੇ ਦਰਸ਼ਨਾਂ ਦੇ ਪ੍ਰੇਮੀ ਬਣੇ ਰਹਿੰਦੇ ਹਨ ਕਿ ਕਦੋਂ ਸਾਨੂੰ ਪ੍ਰਮਾਤਮਾ ਕਿਰਪਾ ਕਰਕੇ ਦਰਸ਼ਨ ਦੇਣ। ਬਸ ਹੁਣੇ ਦਰਸ਼ਨ ਹੋ ਜਾਣ, ਹੁਣੇ ਸਾਨੂੰ ਉਹਦੇ ਦਰਸ਼ਨਾਂ ਦੀ ਝਲਕ ਮਿਲ ਜਾਵੇ। ਭਗਤ ਜੀ ਕਹਿਣ ਲੱਗੇ, ਪ੍ਰਹਿਲਾਦ ਜੀ ਕਹਿੰਦੇ ਬਸ ਫਿਰ ਐਸੀ ਖਿੱਚ ਰਹਿੰਦੀ ਸੀ, ਇਹ ਚਿੰਤਾ ਮਨ ਵਿੱਚ ਬਣੀ ਰਹਿੰਦੀ ਸੀ। ਸਾਰੀਆਂ ਚਿੰਤਾਵਾਂ ਹੁਣ ਛੱਡ ਦਿੱਤੀਆਂ, ਇਹੋ ਹੀ ਚਿੰਤਾ ਰਹਿੰਦੀ ਸੀ, ਪ੍ਰਭੂ ਦੇ ਚਰਨਾਂ ਦੀ ਪ੍ਰਾਪਤੀ ਦੀ ਚਿੰਤਾ ਚਿਤਵਦਾ ਸੀ। ਰੋਦਨ ਹਿਰਦੇ ਉਮੰਗਤ ਤਬਹੀ। ਹਿਰਦੇ ਵਿੱਚ ਕਦੇ ਇੰਨਾ ਉਛਾਲਾ ਵੱਜਦਾ ਸੀ ਕਿ ਨੇਤਰਾਂ ਰਾਹੀਂ ਜਿਹੜੇ ਹੰਝੂ ਸੀ ਉਹ ਬਾਹਰ ਆਉਣ ਲੱਗ ਪੈਂਦੇ ਸਨ। ਕਬ ਚਿੰਤਾ ਤਜ ਗੁਣਨ ਸਿਮਰ ਕੈ। ਤੇ ਪ੍ਰਭੂ ਦੇ ਗੁਣਾਂ ਨੂੰ ਯਾਦ ਕਰਕੇ ਕਬ ਚਿੰਤਾ ਤਜ, ਕਦੇ ਮੈਂ ਸਾਰੀਆਂ ਚਿੰਤਾਵਾਂ ਛੱਡ ਦਿੰਦਾ ਸੀ। ਹਸਤ ਭਇਓ ਔਰ ਹਰਖ ਸੁ ਧਰ ਕੈ। ਕਦੇ ਨਾਮ ਜਪਦਿਆਂ ਜਪਦਿਆਂ ਹਿਰਦਾ ਇੰਨਾ ਪ੍ਰਸੰਨ ਹੋ ਜਾਂਦਾ ਸੀ, ਹਸਤ ਭਇਓ, ਗੁਣ ਗਾਉਂਦਿਆਂ ਗਾਉਂਦਿਆਂ ਮੈਂ ਉਹਦੇ ਹੱਸਣ ਲੱਗ ਪੈਂਦਾ ਸੀ। ਇਹ ਭਗਤਾਂ ਦੀ ਅਵਸਥਾ ਹੈ। ਕਈ ਵਾਰ ਤਾਂ ਕੋਈ ਪਖੰਡ ਦਿਖਾਵੇ ਕਰਦੇ ਨੇ, ਕਦੇ ਸਿਰ ਮਾਰਨ ਲੱਗ ਪੈਣਾ, ਰੋਣ ਲੱਗ ਪੈਣਾ, ਉੱਚੀ ਉੱਚੀ ਹੱਸਣ ਲੱਗ ਪੈਣਾ। ਪਰ ਜਦੋਂ ਪਰਮਾਤਮਾ ਦੇ ਨਾਮ ਦੇ ਵਿੱਚ ਲਿਵ ਲੱਗ ਜਾਂਦੀ ਹੈ, ਫਿਰ ਐਸੀਆਂ ਅਵਸਥਾਵਾਂ ਵੀ ਜਿਹੜੀਆਂ ਨੇ ਉਹਨਾਂ ਉੱਤੋਂ ਵੀ ਮਨੁੱਖ ਗੁਜ਼ਰਦਾ ਹੈ। ਕਹਿੰਦੇ ਕਦੇ ਤਾਂ ਇੰਨੀ ਚਿੰਤਾ ਵੱਧ ਜਾਣੀ ਤੇ ਉਹ ਨੇਤਰਾਂ ਰਾਹੀਂ ਹੰਝੂ ਬਾਹਰ ਆਉਣ ਲੱਗ ਪੈਣੇ, ਕਿਉਂਕਿ ਵੈਰਾਗ ਦੀਆਂ 9 ਨਿਸ਼ਾਨੀਆਂ ਜਿਹੜੀਆਂ ਨੇ ਉਹ ਵਿਦਵਾਨਾਂ ਨੇ ਲਿਖੀਆਂ ਨੇ। ਆਸ਼ਕਾਰਾ ਨਵ ਨਿਸ਼ਾਨੀ ਐ ਪਿਸਰ, ਆਹ ਸ਼ਰਦੋ ਰੰਗ ਜਰਦੋ ਚਸ਼ਮ ਤਰ, ਕੰਮ ਗੁਫਤਨੋ ਕੰਮ ਖੁਰਦਨੋ ਖੁਆਬਸ ਹਰਾਮ। ਗੱਲਾਂ ਦਾ ਘਟ ਜਾਣਾ, ਨੀਂਦ ਦਾ ਘਟ ਜਾਣਾ, ਤੇ ਇਸੇ ਤਰ੍ਹਾਂ ਖੁਆਬਸ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਰ, ਨੇਤਰਾਂ ਵਿੱਚੋਂ ਵਿਰਾਗ ਚੱਲਦੇ ਰਹਿਣਾ। ਇਸੇ ਪ੍ਰਕਾਰ ਭਗਤ ਜੀ ਕਹਿੰਦੇ ਕਦੇ ਮੈਂ ਹੱਸਣ ਲੱਗ ਪੈਂਦਾ ਸੀ
ਤੇ ਕਦੇ ਨੇਤਰਾਂ ਵਿੱਚੋਂ ਹੰਝੂ ਆਉਣ ਲੱਗ ਪੈਂਦੇ ਸਨ, ਕਦੇ ਖੁਸ਼ੀ ਨਾਲ ਚਿੱਤ ਭਰ ਜਾਂਦਾ ਸੀ। ਕਬ ਉੱਚੇ ਸੁਰ ਸੋ ਗੁਣ ਗਾਉ, ਕਦੇ ਉੱਚੀ ਉੱਚੀ ਸੁਰ ਦੇ ਨਾਲ ਪ੍ਰਭੂ ਦੇ ਗੁਣ ਗਾਉਣ ਲੱਗ ਪੈਂਦਾ ਸੀ। ਕਬ ਨਾਚੋਂ ਹੋਇਆ ਲਾਜ ਨ ਕਾਊ, ਫਿਰ ਸਾਰਿਆਂ ਦੀ ਕਈ ਵਾਰੀ ਲੱਜਾ ਛੱਡ ਕੇ ਤੇ ਮੈਂ ਨੱਚਣ ਲੱਗ ਪੈਂਦਾ ਸੀ। ਕਬ ਤੂਸ਼ਨ ਕਰ ਧਾਰੋਂ ਲਾ ਧਿਆਨਾ, ਕਦੇ ਚੁੱਪ ਹੋ ਕਰਕੇ ਉਹਦੇ ਧਿਆਨ ਦੇ ਵਿੱਚ ਮਗਨ ਹੋ ਜਾਂਦਾ ਸੀ। ਲੋਚਨ ਤੇ ਜਲ ਧਾਰ ਚਲਾਨਾ, ਕਦੇ ਨੇਤਰਾਂ ਦੇ ਵਿੱਚੋਂ ਜਿਹੜੀ ਜਲ ਦੀ ਧਾਰਾ ਸੀ ਉਹ ਵਹਿੰਦੀ ਸੀ। ਨਿਹ ਕਿੰਚਨ ਏਕਾ ਲਿਵ ਲਾਗੀ, ਨਹਿ ਕਿੰਚਨ ਨਾ ਹੋਵੋਂ ਹੋਰ ਪਾਸੇ ਲਗਨ ਕੋਈ। ਭਾਵ ਕੋ ਮੇਰੀ ਮਨ ਦੀ ਲਗਨ ਕਿਸੇ ਪਾਸੇ ਨਹੀਂ ਸੀ ਜਾਂਦੀ, ਨਾ ਖੇਡਾਂ ਵਿੱਚ, ਨਾ ਖਾਣ ਪੀਣ ਦੇ ਵਿੱਚ, ਨਾ ਘਰ ਦੇ ਵਿੱਚ। ਕੇਵਲ ਉਹਦੇ ਪ੍ਰਭੂ ਦੀ ਪ੍ਰਾਪਤੀ ਵਾਸਤੇ ਜਿਹੜਾ ਮਨ ਸੀ ਉਹ ਹਰ ਯਤਨ ਕਰਦਾ ਸੀ। ਨੀਂਦ ਭੂਖ ਜਾਂਤੇ ਸਭ ਭਾਗੀ, ਨੀਂਦ ਅਤੇ ਭੁੱਖ ਜਿਹੜੀ ਸੀ ਉਹ ਭੱਜ ਗਈ, ਦੂਰ ਹੋ ਗਈ ਸੀ। ਪ੍ਰਭ ਪਦ ਪੰਕਜ ਪ੍ਰੇਮ ਅਪਾਰਾ, ਪ੍ਰਭੂ ਦੇ ਚਰਨਾਂ ਕਮਲਾਂ ਦਾ ਜਿਹੜਾ ਪ੍ਰੇਮ ਦੇ ਵਿੱਚ ਮਨ ਲੱਗਾ ਸੀ। ਜਾਗ ਰਹਿਓ ਮਨ ਸਾਂਝ ਸਕਾਰਾ, ਬਸ ਸ਼ਾਮ ਸਵੇਰੇ ਉਸ ਦੀ ਭਗਤੀ ਵਿੱਚ ਹੀ ਮਨ ਜਾਗਿਆ ਰਹਿੰਦਾ ਸੀ। ਜਗ ਵਿਵਹਾਰ ਨਾ ਭਾਵਤ ਕੋ, ਜਗਤ ਦੇ ਜਿਹੜੇ ਵਿਵਹਾਰ ਸੀ, ਵਪਾਰ ਸੀ, ਕੋਈ ਵੀ ਨਹੀਂ ਸੀ ਭਾਉਂਦੇ, ਚੰਗੇ ਨਹੀਂ ਸੀ ਲੱਗਦੇ। ਬਾਲਕ ਖੇਲਾ ਤਜਿਓ ਥੋ ਜੋ, ਬਚਪਨ ਵਿੱਚ ਹੀ ਜਿਹੜੇ ਬਾਲਕਾਂ ਵਾਲੇ ਖੇਡ ਸੀ ਉਹ ਤਿਆਗ ਦਿੱਤੇ ਸਨ। ਇਸ ਪ੍ਰਕਾਰ ਬੀਤਾ ਕਛ ਕਾਲਾ, ਇਸ ਤਰ੍ਹਾਂ ਕਰਦਿਆਂ ਕੁਝ ਸਮਾਂ ਬੀਤਿਆ। ਇੱਕ ਦਿਨ ਪਿਤ ਕੀਏ ਪ੍ਰੇਮ ਬਸਾਲਾ, ਇੱਕ ਦਿਨ ਮੇਰੇ ਪਿਤਾ ਹਰਨਾਕਸ਼ ਨੇ ਬੜਾ ਪਿਆਰ ਮੇਰੇ ਨਾਲ ਕੀਤਾ। ਸ਼ੁਕਰ ਤਾਤ ਜੇ ਸੰਡੇ ਮਰ ਕੇ, ਇਹ ਸ਼ੁਕਰ ਇਹ ਦੈਂਤਾਂ ਦਾ ਗੁਰੂ ਸੀ ਤੇ ਇਹਦੇ ਪੁੱਤਰ ਸਨ ਦੋ, ਸੰਡਾ ਤੇ ਮਰਕਾ, ਜਿਹਦਾ ਬਾਣੀ ਵਿੱਚ ਵੀ ਜ਼ਿਕਰ ਆਪਾਂ ਪੜ੍ਹਦੇ ਹਾਂ, ਭਗਤ ਜੀ ਨੇ ਕੀਤਾ ਹੈ। ਕਹਿੰਦੇ ਸ਼ੁਕਰ ਦੇ ਦੋ ਪੁੱਤਰ ਸੰਡੇ ਅਤੇ ਮਰਕੇ ਨੂੰ, ਉਤੇ ਪੜਾਵਤ ਦੈਤਨ ਲੜਕੇ, ਇਹ ਦੈਂਤਾਂ ਦੇ ਜਿਹੜੇ ਹੋਰ ਲੜਕੇ ਸੀ ਉਹਨਾਂ ਨੂੰ ਪੜਾਉਂਦੇ ਸਨ। ਤਿਨ ਟਿਕ ਤਬ ਹੀ ਪੜਨ ਪਠਾਇਆ, ਇਹਨਾਂ ਦੇ ਪਾਸ ਮੇਰੇ ਪਿਤਾ ਹਰਨਾਕਸ਼ ਨੇ ਮੈਨੂੰ ਪੜਾਉਣ ਵਾਸਤੇ, ਪੜਨ ਵਾਸਤੇ ਭੇਜਿਆ। ਰਾਜਨੀਤ ਸਭ ਦੇਹੋ ਸਿਖਾਇਆ, ਮੇਰੇ ਪਿਤਾ ਨੇ ਸੰਡੇ ਅਤੇ ਮਰਕੇ ਨੂੰ ਕਿਹਾ ਕਿ ਮੇਰੇ ਪੁੱਤਰ ਪ੍ਰਹਿਲਾਦ ਨੂੰ ਵੀ ਸਾਰੀ ਜਿਹੜੀ ਰਾਜਨੀਤੀ ਹੈ ਇਹ ਪੜ੍ਹਾਈ ਸਿਖਾ ਦਿਓ। ਦੈਤਨ ਕੇ ਬਾਲਕ ਬਹੁ ਸੰਗਾ, ਜਿਹੜੇ ਦੈਂਤਾਂ ਦੇ ਬਹੁਤੇ ਬਾਲਕ ਸਨ, ਪੜਨੇ ਬੈਠੇ ਹਿਰਦੇ ਉਮੰਗਾ, ਬੜੇ ਉਤਸ਼ਾਹ ਦੇ ਨਾਲ ਪੜਨ ਵਾਸਤੇ ਕੋਲ ਬੈਠੇ ਸੀ। ਤਿਨ ਕੋ ਕਹਿਓ ਨ ਰੰਚਕ ਮਾਨਾ, ਪਰ ਉਹਨਾਂ ਦਾ ਕਿਹਾ ਹੋਇਆ ਸੰਡੇ ਅਤੇ ਮਰਕੇ ਦਾ ਮੈਂ ਰੱਤੀ ਭਰ ਵੀ ਨਾ ਮੰਨਿਆ। ਸਿਮਰਨ ਨਾਮ ਵਿਖਿਆ ਹਿਤ ਠਾਨਾ, ਬਸ ਪ੍ਰਭੂ ਦੇ ਸਿਮਰਨ ਵਿੱਚ ਹੀ ਮੇਰਾ ਪਿਆਰ ਲੱਗਾ ਰਿਹਾ। ਏਕ ਦਿਵਸ ਪਿਤ ਅੰਕ ਬਿਠਾਈ, ਇੱਕ ਦਿਨ ਮੇਰੇ ਪਿਤਾ ਹਿਰਣਕਸ਼ਪ ਨੇ ਆਪਣੀ ਗੋਦ ਵਿੱਚ ਮੈਨੂੰ ਬਿਠਾਇਆ। ਸਾਦਰ ਹੱਸ ਕੇ ਗਿਰਾ ਅਲਾਈ, ਬੜੇ ਪਿਆਰ ਦੇ ਨਾਲ ਹੱਸ ਕੇ ਮੈਨੂੰ ਇਸ ਤਰ੍ਹਾਂ ਕਹਿਣ ਲੱਗਾ, ਜੋ ਤੁਮ ਪਾਠ ਪੜਿਓ ਹੈ ਤਾਤਾ, ਕਹਿਣ ਲੱਗਾ ਹੈ ਪੁੱਤਰ ਪ੍ਰਹਿਲਾਦ, ਜੋ ਤੂੰ ਪਾਠ ਪੜ੍ਹ ਕੇ ਆਇਆ ਹੈ। ਜਿਸ ਤਰ੍ਹਾਂ ਮਾਂ-ਬਾਪ ਸ਼ਾਮ ਨੂੰ ਕਈ ਵਾਰੀ ਪਰੇਸ਼ਾਨ ਹੋ ਕੇ ਬੱਚੇ ਨੂੰ ਪੁੱਛਦੇ ਨੇ, ਦੱਸ ਪੁੱਤਰਾ ਅੱਜ ਸਕੂਲ ਵਿੱਚੋਂ ਕੀ ਪੜ੍ਹਿਆ ਹੈ, ਤੇਰੇ ਟੀਚਰ ਨੇ, ਅਧਿਆਪਕ ਨੇ ਕੀ ਪੜ੍ਹਾਇਆ ਸਾਨੂੰ ਸੁਣਾ। ਤੇ ਉਸ ਦੀ ਤੋਤਲੀ ਜ਼ੁਬਾਨ ਤੋਂ ਸੁਣ ਕੇ ਬੜੇ ਖੁਸ਼ ਹੁੰਦੇ ਨੇ। ਕਹਿੰਦੇ ਮੇਰੇ ਪਿਤਾ ਨੇ ਇਸੇ ਤਰ੍ਹਾਂ ਰਾਖਸ਼ ਨੇ ਕੀਤਾ, ਮੈਨੂੰ ਗੋਦ ਵਿੱਚ ਬਿਠਾ ਕੇ ਨਾ ਬੜੇ ਪਿਆਰ ਦੇ ਨਾਲ ਪੁੱਛਣ ਲੱਗਾ ਕਿ ਦੱਸ ਪੁੱਤਰ ਤੂੰ ਕੀ ਪੜ੍ਹ ਕੇ ਆਇਆ ਹੈ। ਮੁਝੇ ਸੁਣਾਵੋ ਸੁਭਾਗ ਸੁਹਾਤਾ, ਤੇ ਸ਼ੋਭਨੀਕ ਜਿਹੜੀ ਪੜ੍ਹਾਈ ਪੜ੍ਹੀ ਹੈ ਨਾ ਉਹ ਮੇਰੇ ਤਾਈਂ ਸੁਣਾ। ਪਿਤ ਕੀ ਗਿਰਾ ਸੁਣੀ ਜਬ ਕਾਨਾ, ਜਦੋਂ ਮੈਂ ਇਹ ਬੋਲ ਆਪਣੇ ਪਿਤਾ ਤੋਂ ਸੁਣੇ ਹਨ, ਅਸ ਪ੍ਰਕਾਰ ਤਬ ਬਚਨ ਬਖਾਨਾ, ਇਸ ਤਰ੍ਹਾਂ ਪਿਤਾ ਦੀ ਗੱਲ ਸੁਣ ਕੇ ਮੈਂ ਕਹਿਣ ਲੱਗਾ, ਸੁਨੋ ਤਾਤ ਇਹ ਪਾਠ ਅਨੂਪਾ, ਪਿਤਾ ਜੀ ਸੁਣੋ ਇਹ ਪਾਠ ਬੜਾ ਸੁੰਦਰ ਹੈ। ਜੋ ਪੜ੍ਹਾਈ ਮੈਂ ਤੁਹਾਨੂੰ ਸੁਣਾਉਣ ਲੱਗਾ ਨਾ ਇਹ ਬੜੀ ਜ਼ਿਆਦਾ ਸੁੰਦਰ ਪੜ੍ਹਾਈ ਹੈ। ਤਜੋ ਗ੍ਰਹਿ ਇਹ ਅੰਧ ਜੋ ਕੂਪਾ, ਤਜਹੁ ਗ੍ਰਹਿ ਇਹ ਅੰਧ ਜੋ ਕੂਪਾ, ਇਹ ਜਿਹੜਾ ਘਰ ਹੈ, ਜਿਹੜੇ ਜੰਜਾਲਾਂ ਵਿੱਚ ਤੁਸੀਂ ਫਸੇ ਹੋ ਨਾ, ਇਹ ਅੰਨੇ ਖੂਹ ਦੇ ਵਿੱਚ ਪਾਉਣ ਵਾਲੇ ਹਨ, ਜਾਂ ਇਹ ਸੰਸਾਰ ਇੱਕ ਅੰਨਾ ਖੂਹ ਹੈ, ਇਹਦਾ ਤਿਆਗ ਕਰ ਦਿਓ। ਜਿਹ ਮਹਿ ਅਤਸ਼ਾ ਦੁਖ ਅਪਾਰਾ, ਜਿਸ ਵਿੱਚ ਬਹੁਤ ਜ਼ਿਆਦਾ ਭਾਰੀ ਦੁੱਖ ਹਨ, ਹੋਤ ਨਹੀਂ ਕਬਹੂ ਛੁਟਕਾਰਾ, ਤੇ ਇਹ ਕਾਰ ਵਿਹਾਰ ਕਰਦਿਆਂ ਕਦੇ ਵੀ ਬੰਦੇ ਦਾ ਸੰਸਾਰ ਤੋਂ ਛੁਟਕਾਰਾ ਨਹੀਂ ਹੁੰਦਾ ਜਿੰਨਾ ਚਿਰ ਪ੍ਰਭੂ ਦੇ ਗੁਣ ਨਾ ਗਾਵੇ,
ਉਹਦੀ ਭਗਤੀ ਨਾ ਕਰੇ। ਤਿਹ ਤਜ ਕਾਨਨ ਮਹਿ ਚਲ ਬਸੀਏ। ਇਹ ਸਾਰਾ ਕਾਰ ਵਿਹਾਰ ਛੱਡੋ ਤੇ ਚਲੋ ਚੱਲ ਕੇ ਜੰਗਲ ਦੇ ਵਿੱਚ ਮੇਰੇ ਨਾਲ ਰਹੋ। ਸੇਵ ਬਿਸ਼ਨ ਪਦ ਕੇ ਰਸ ਤੇ ਰਸੀਏ। ਉਹ ਪ੍ਰਭੂ ਜੋ ਹੈ ਉਹਦੇ ਚਰਨਾਂ ਦੇ ਸੇਵਕ ਬਣੋ ਤੇ ਉਹਦੇ ਨਾਮ ਦੇ ਰਸੀਏ ਬਣੋ। ਨਾਮ ਸਿਮਰ ਅਗਿਆਨ ਮਿਟਾਵੋ। ਪ੍ਰਭੂ ਦਾ ਨਾਮ ਜਪ ਕੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਲਵੋ। ਭਗਤ ਕਰੋ ਉਤਮ ਪਦ ਪਾਵੋ। ਉਸ ਪ੍ਰਭੂ ਦੀ ਭਗਤੀ ਕਰੋ ਤੇ ਉੱਤਮ ਪਦਵੀ ਪ੍ਰਾਪਤ ਕਰੋਗੇ। ਸੁਣੀ ਸ਼ਰਵਣ ਮਹਿ ਜਾਬਿਆਸ ਬਾਨੀ। ਜਦ ਆਪਣੇ ਪੁੱਤਰ ਪ੍ਰਹਿਲਾਦ ਦੇ ਇਹ ਬੋਲ ਹਰਨਾਕਸ਼ ਨੇ ਆਪਣੇ ਕੰਨਾਂ ਦੇ ਨਾਲ ਸੁਣੇ। ਬਿਸਮਤ ਹਸਿਓ ਤਬਹਿ ਅਗਿਆਨੀ। ਹੁਣ ਜਿਹੜਾ ਅਗਿਆਨੀ ਵਰ ਪ੍ਰਾਪਤ ਕਰਕੇ ਆਇਆ ਸੀ ਕਿ ਮੈਨੂੰ ਕੋ ਮਾਰਨ ਵਾਲਾ ਨਹੀਂ ਹੈ ਤੇ ਇਹੋ ਹੀ ਅਗਿਆਨ ਇਹਦੇ ਅੰਦਰ ਸੀ। ਹਾਂ, ਹੋ ਸਕਦਾ ਹੈ ਕਿ ਵਰ ਪ੍ਰਾਪਤ ਕੀਤਾ ਸੀ, ਕੁਝ ਸ਼ਰਤਾਂ ਜ਼ਰੂਰ ਹੋਣਗੀਆਂ, ਪਰ ਇਦਾਂ ਤੇ ਹੈ ਨਹੀਂ ਕਿ ਜਿਹੜਾ ਸੰਸਾਰ ਦੇ ਵਿੱਚ ਆਇਆ ਉਹ ਮਰੇਗਾ ਨਹੀਂ। ਅਕਾਲ ਤਾਂ ਇੱਕ ਪਰਮਾਤਮਾ ਹੈ, ਅਬਨਾਸੀ ਤਾਂ ਇੱਕ ਪ੍ਰਭੂ ਹੈ, ਆਦ ਸੱਚ ਜੁਗਾਦ ਸੱਚ ਕੇਵਲ ਇੱਕ ਪਰਮਾਤਮਾ ਦਾ ਸਰੂਪ ਹੈ ਜੋ ਕਾਲ ਤੋਂ ਰਹਿਤ ਹੈ, ਜੋ ਨਿਰੰਕਾਰ ਹੈ, ਆਕਾਰ ਤੋਂ ਰਹਿਤ ਹੈ। ਪਰ ਜੋ ਕੁਝ ਆਕਾਰ ਸਾਨੂੰ ਨੇਤਰਾਂ ਦੇ ਨਾਲ ਦਿਖ ਰਿਹਾ ਹੈ, ਗੁਰਦੇਵ ਬਾਣੀ ਅੰਦਰ ਸਮਝਾਉਂਦੇ ਹਨ ਇਹ ਸਾਰਾ ਕੁਝ ਨਾਸਵੰਤ ਹੀ ਹੈ, ਇਹ ਕੁਝ ਵੀ ਰਹਿਣ ਵਾਲਾ ਨਹੀਂ। ਪਰ ਇਹਦੇ ਮਨ ਵਿੱਚ ਇਹ ਭਰਮ ਪੈ ਗਿਆ ਸੀ। ਐਸਾ ਹੀ ਭਰਮ ਅਜੋਕੇ ਸਮੇਂ 'ਚ ਵੀ ਅਗਿਆਨੀ ਮਨੁੱਖਾਂ ਦੇ ਅੰਦਰ ਖੜਾ ਹੋ ਜਾਂਦਾ ਹੈ। ਕਿਤੇ ਬੰਦੇ ਨੂੰ ਚੰਗਾ ਉੱਚਾ ਅਹੁਦਾ ਦੇਖ ਕੇ, ਧਨ ਦੌਲਤ ਦੇਖ ਕੇ, ਸੋ ਸੋਹਣਾ ਇਸੇ ਪ੍ਰਕਾਰ ਸਰੂਪ ਦੇਖ ਕੇ ਮਨੁੱਖ ਸੋਚਣ ਲੱਗ ਪੈਂਦਾ ਹੈ ਕਿ ਸਾਰਾ ਕੁਝ ਮੇਰੇ ਕੋਲ ਸਦਾ ਰਹਿਣਾ ਹੈ। ਇਸ ਗੱਲ ਦਾ ਮਾਣ ਕਰ ਬੈਠਦਾ ਹੈ ਤੇ ਵੱਡੀ ਅਗਿਆਨਤਾ ਹੈ। ਕਹਿੰਦੇ ਜਦੋਂ ਭਗਤ ਪ੍ਰਹਿਲਾਦ ਜੀ ਕਹਿੰਦੇ ਮੇਰੇ ਬੋਲ ਸੁਣੇ ਪਿਤਾ ਹਰਨਾਕਸ਼ ਨੇ, ਸੁਣ ਕੇ ਪਿਤਾ ਹਰਨਾਕਸ਼ ਬੜਾ ਹੱਸਿਆ। ਅਗਿਆਨੀ ਅੱਗੋਂ ਇਸ ਤਰ੍ਹਾਂ ਕਹਿਣ ਲੱਗਾ, ਕਹਿ ਸੰਡੇ ਸੋ ਬਾਚਿਆ ਸੁਰੀਤਾ। ਤੇ ਜਿਹੜੇ ਸੰਡੇ ਅਤੇ ਮਰਕੇ ਸਨ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਦੇ ਤਾਈਂ ਇਸ ਤਰ੍ਹਾਂ ਕਿਹਾ, ਇਸ ਬਾਲਕ ਕੀ ਮਤ ਵਿਪਰੀਤਾ। ਕਿ ਮੇਰਾ ਪੁੱਤਰ ਜਿਹੜਾ ਪ੍ਰਹਿਲਾਦ ਹੈ ਇਹਦੀ ਮਤ ਜਿਹੜੀ ਵਿਪਰੀਤਾ ਉਲਟ ਚੱਲਦੀ ਪਈ। ਵੈਸੇ ਭਗਤਾਂ ਨੂੰ ਦੇਖ ਕਰਕੇ, ਨਾਮ ਵਿੱਚ ਜੁੜਿਆਂ ਨੂੰ ਦੇਖ ਕਰਕੇ ਜਿਹੜੇ ਦੁਨਿਆਵੀ ਲੋਕ ਨੇ ਉਹ ਵੀ ਇਸੇ ਤਰ੍ਹਾਂ ਹੀ ਕਹਿੰਦੇ ਨੇ। ਬਾਣੀ ਅੰਦਰ ਆਪਾਂ ਇਹ ਬਚਨ ਪੜ੍ਹਦੇ ਹਾਂ, ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖਾਨੇ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹੈ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਉਹਨਾਂ ਦੀ ਤਾਂ ਚਾਲ ਹੀ ਨਿਰਾਲੀ ਹੈ ਭਗਤਾਂ ਦੀ। ਸੋ ਜਦੋਂ ਇਹਨੇ ਸੁਣਿਆ ਹੈ ਹਰਨਾਕਸ਼ ਨੇ, ਜਿਹੜਾ ਸਾਰਿਆਂ ਤੋਂ ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣਾ ਚਾਹੁੰਦਾ ਸੀ, ਇਹ ਦੱਸਣਾ ਚਾਹੁੰਦਾ ਸੀ ਕਿ ਮੈਂ ਹੀ ਰੱਬ ਹਾਂ, ਕਿਉਂਕਿ ਵਰ ਜੋ ਪ੍ਰਾਪਤ ਇਹਨੇ ਕੀਤਾ ਸੀ। ਇਸ ਕਰਕੇ ਜਦੋਂ ਕਹਿੰਦੇ ਮੇਰੇ ਪਿਤਾ ਨੇ ਸੁਣਿਆ, ਸੰਡੇ ਮਰਕੇ ਨੂੰ ਬੁਲਾ ਕੇ ਕਹਿਣ ਲੱਗਾ ਕਿ ਮੇਰੇ ਪੁੱਤਰ ਦੀ ਮਤ ਜਿਹੜੀ ਉਹ ਵਿਪਰੀਤ ਉਲਟ ਚੱਲ ਰਹੀ ਹੈ। ਔਗੁਣ ਖਾਨ ਕਹਿਤ ਮੁਖ ਬਾਨੀ। ਇਹ ਮੇਰਾ ਪੁੱਤਰ ਔਗੁਣਾਂ ਦੀ ਖਾਨ ਹੈ ਤੇ ਇਸ ਤਰ੍ਹਾਂ ਕਹਿ ਰਿਹਾ ਹੈ। ਕਿਸਨੇ ਇਸਕੋ ਐਸ ਸਿਖਾਨੀ। ਕਿਸ ਨੇ ਮੇਰੇ ਪੁੱਤਰ ਨੂੰ ਇਹ ਜਿਹੜੀ ਪੁੱਠੀ ਪੱਟੀ ਪੜਾਈ ਹੈ, ਉਲਟੀ ਮੱਤ ਸਿਖਾਈ ਹੈ। ਕਿਹ ਰਿਖ ਕੋ ਨਾ ਕਰਨ ਦਿਓ ਸੰਗਾ। ਤੇ ਕਿਸੇ ਵੈਰੀ ਨੂੰ ਇਹਦਾ ਸੰਗ ਨਾ ਕਰਨ ਦਿਓ। ਜਿਹੜੇ ਮੇਰੇ ਹੋਰ ਵੈਰੀ ਨੇ ਨਾ, ਉਹਨਾਂ ਨੂੰ ਇਹਦੇ ਸੰਗੀ ਨਾ ਬਣਾਓ। ਪਰ ਨਹੀਂ ਸੀ ਜਾਣਦਾ ਕਿ ਤਾਂ ਧੁਰ ਦਰਗਾਹ ਤੋਂ ਹੀ ਨਵਾਜੇ ਹੋਏ ਆਏ ਨੇ। ਇਹਨਾਂ ਨੂੰ ਤੇ ਜਿਹੜੀ ਇਹ ਲਾਗ ਲੱਗੀ ਹੈ, ਜਾਗ ਲੱਗੀ, ਇਹ ਤਾਂ ਧੁਰ ਦਰਗਾਹ ਤੋਂ ਪਰਮਾਤਮਾ ਨੇ ਲਾ ਕੇ ਭੇਜੀ ਹੈ। ਕਹਿਣ ਲੱਗਾ ਸੰਡੇ ਮਰਕੇ ਨੂੰ ਕਿ ਕਿਸੇ ਮੇਰੇ ਵੈਰੀ ਨੂੰ ਇਹਦਾ ਸੰਗ ਨਾ ਕਰਨ ਦਿਓ, ਇਹਦੇ ਲਾਗੇ ਨਾ ਬਿਠਾਵੋ। ਨਿਜ ਗ੍ਰਹਿ ਰਾਖ ਪੜਾਓ ਨਸੰਗਾ। ਇਹ ਮੇਰੇ ਪੁੱਤਰ ਨੂੰ ਨਾ ਹੁਣ ਆਪਣੇ ਘਰੇ ਲੈ ਜਾਓ। ਪਹਿਲਾਂ ਤੇ ਉਹਨਾਂ ਘਰੋਂ ਪਾਠਸ਼ਾਲਾ ਤੋਂ ਪੜ੍ਹ ਕੇ ਤੇ ਘਰੇ ਆ ਜਾਂਦੇ ਸਨ ਪ੍ਰਹਿਲਾਦ। ਹੁਣ ਹਰਨਾਕਸ਼ ਕਹਿਣ ਲੱਗਾ ਕਿ ਇਹਨੂੰ ਮੇਰੇ ਪੁੱਤਰ ਨੂੰ ਲਿਜਾਵੋ ਤੇ ਉੱਥੇ ਰੱਖ ਕੇ ਹੀ ਇਹਨੂੰ ਪੜ੍ਹਾਈ ਪੜਾਵੋ ਪਾਠਸ਼ਾਲਾ ਦੇ ਵਿੱਚ। ਸੁਣ ਕਰ ਤਬ ਲੈ ਕੇ ਘਰੇ ਆਈ। ਸੁਣ ਕੇ ਹਰਨਾਕਸ਼ ਦੀ ਇਹ ਗੱਲ ਸੰਡਾ ਤੇ ਮਰਕਾ ਪ੍ਰਹਿਲਾਦ ਜੀ ਨੂੰ ਨਾਲ ਘਰੇ ਲੈ ਗਏ। ਤਾਨ ਇਕੰਤ ਬਿਖੈ ਬੈਠਾਈ। ਤੇ ਇਹਨਾਂ ਨੂੰ ਇਕੰਤ ਕੱਲਿਆਂ ਜਿਹੜਾ ਸੀ ਉੱਥੇ ਬਿਠਾ ਦਿੱਤਾ। ਪੂਜਨ ਲਗੇ ਤਬੈ ਇਹ ਰੀਤੀ। ਪੁੱਛਣ ਲੱਗੇ ਪ੍ਰਹਿਲਾਦ ਜੀ ਨੂੰ ਇਸ ਤਰ੍ਹਾਂ, ਕਿਨ ਸਿਖਲਾਈ ਮਤ ਵਿਖਰੀਤੀ। ਐ ਦੱਸ ਪ੍ਰਹਿਲਾਦ, ਇਹ ਸਿੱਖਿਆ ਤੈਨੂੰ ਕਿੰਨੇ ਦਿੱਤੀ ਹੈ?
ਇਹ ਪੱਟੀ ਤੈਨੂੰ ਕਿਹਨੇ ਪੜਾਈ ਹੈ। ਕਿਦੋਂ ਹਿਰਦੈ ਤੇ ਕੁਮਾਤੇ ਉਠਾਈ। ਦੱਸ ਤਾਂ ਸਹੀ ਕਿ ਖੋਟੀ ਮੱਤ ਕਿਹਦੇ ਕੋਲੋਂ ਤੋਂ ਲਈ ਹੈ। ਬਹੁਰ ਨ ਅਸਬਿਦ ਕਹੋਂ ਬਨਾਈ। ਅੱਜ ਤੋਂ ਬਾਅਦ ਇਸ ਤਰ੍ਹਾਂ ਦੀ ਗੱਲ ਤੂੰ ਆਪਣੇ ਕਦੇ ਮੁਖ ਚੋਂ ਨਹੀਂ ਕਹਿਣੀ। ਸੁਨ ਕਰ ਮੈਂ ਹਸ ਬਚਨ ਬਖਾਨਾ। ਪ੍ਰਹਿਲਾਦ ਜੀ ਕਹਿੰਦੇ ਜਦੋਂ ਸੰਡੇ ਮਰਕੇ ਨੇ ਮੈਨੂੰ ਇਸ ਤਰ੍ਹਾਂ ਸਮਝਾਇਆ ਨਾ ਤੇ ਮੈਂ ਸੁਣ ਕੇ ਹੱਸਣ ਲੱਗ ਪਿਆ, ਕਿਉਂਕਿ ਜਦੋਂ ਮਾਤੀ ਪਰਮਾਤਮਾ ਦੇ ਨਾਮ ਦੇ ਵਿੱਚ ਭੇਜੀ ਹੋਈ ਸੀ, ਜਿੰਨੇ ਮਰਜ਼ੀ ਕੋਈ ਯਤਨ ਕਰੀ ਜਾਵੇ, ਜਿਨ੍ਹਾਂ ਦਾ ਅਡੋਲ ਭਰੋਸਾ ਕੇਵਲ ਇੱਕ ਪ੍ਰਭੂ ਦੇ ਨਾਮ ਦੇ ਵਿੱਚ ਹੈ, ਇੱਕ ਮਾਲਕ ਵਿੱਚ ਹੈ, ਉਹ ਕਦੇ ਵਾਸਤੇ ਵੀ ਆਪਣੀ ਮੱਤ ਨੂੰ ਡੋਲਣ ਨਹੀਂ ਦਿੰਦੇ। ਅਹਿਰਣ ਮੱਤ ਵੇਦ ਹਥਿਆਰ, ਉਹਨਾਂ ਦੀ ਮੱਤ ਦੇ ਉੱਤੇ ਜਿੰਨੇ ਮਰਜ਼ੀ ਗਿਆਨ ਦੇ ਥੌੜੇ ਮਾਰੀ ਜਾਓ, ਪਰ ਉਹਨਾਂ ਦੀ ਮੱਤ ਐਰਣ ਵਰਗੀ ਹੁੰਦੀ ਹੈ, ਅਚਲ ਹੁੰਦੀ ਹੈ, ਅਡੋਲ ਹੁੰਦੀ ਹੈ। ਭਾਵੇਂ ਜਦੋਂ ਛੋਟੇ ਸਾਹਿਬਜ਼ਾਦਿਆਂ ਤੇ ਤਾਈਂ ਸੂਬੇ ਸਰਹੰਦ ਵੱਲੋਂ ਵੱਡੇ ਵੱਡੇ ਜਿਹੜੇ ਵਿਦਵਾਨ ਸਨ, ਕਾਜੀ ਸਨ, ਉਹ ਲਿਆ ਕੇ ਤੇ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੀ ਉਹਨਾਂ ਨਾਲ ਕੀਤੀਆਂ ਗਈਆਂ ਕਿ ਗੱਲਾਂ ਬਾਤਾਂ ਦੇ ਨਾਲ ਇਹ ਆਪਣੇ ਜਿਹੜੇ ਹਨ ਉਹ ਫੈਸਲੇ ਨੂੰ ਬਦਲ ਦੇਣ। ਪਰ ਜਿਨ੍ਹਾਂ ਦੀ ਮੱਤ ਪ੍ਰਭੂ ਦੇ ਨਾਮ ਦੇ ਵਿੱਚ ਭੇਜੀ ਹੋਈ ਹੈ, ਉਹ ਆਪਣੀ ਮੱਤ ਨੂੰ ਅਡੋਲ ਬਣਾ ਕੇ ਐਰਣ ਵਾਂਗੂ ਰੱਖਦੇ। ਪ੍ਰਹਿਲਾਦ ਜੀ ਕਹਿੰਦੇ ਬੜੇ ਯਤਨ ਕੀਤੇ ਸੰਡੇ ਮਰਕੇ ਨੇ ਮੈਨੂੰ ਮੇਰੀ ਮੱਤ ਜਿਹੜੀ ਸੀ ਉਹ ਬਦਲਣ ਵਾਸਤੇ, ਪਰ ਇਹਨਾਂ ਦੀ ਗੱਲ ਸੁਣ ਕੇ ਮੈਂ ਹੱਸਿਆ ਤੇ ਇਸ ਤਰ੍ਹਾਂ ਕਿਹਾ, ਤੁਮ ਕੋ ਭਾਸਤ ਆਪਣਾ ਬੇਗਾਨਾ। ਕਿ ਤੁਹਾਨੂੰ ਆਪਣਾ ਬੇਗਾਨਾ ਕੋਈ ਲੱਗਦਾ ਹੈ, ਮੋਕੋ ਪਰ ਪੁਨ ਅਪਰਨਾ ਕਾਹੀ। ਪਰ ਮੇਰੇ ਸਾਹਮਣੇ ਕੋਈ ਵੀ ਬੇਗਾਨਾ ਨਹੀਂ ਹੈ। ਪੂਰਨ ਏਕ ਆਤਮਾ ਆਹੀ। ਕੇਵਲ ਇੱਕ ਪ੍ਰਭੂ ਦੀ ਅੰਸ਼ ਹੀ ਸਾਰਿਆਂ ਦੇ ਅੰਦਰ ਹੈ। ਸਦਾ ਪ੍ਰਣਾਮ ਕਰੋ ਮੈਂ ਤਾਸੂ। ਉਸ ਪ੍ਰਭੂ ਦੀ ਅੰਸ਼ ਦੇ ਤਾਈਂ ਜਿਹਦੀ ਅੰਸ਼ ਸਾਰੇ ਜੀਵਾਂ ਦੇ ਅੰਦਰ ਹੈ, ਉਹ ਆਤਮ ਰੂਪ ਹੈ, ਉਸ ਪ੍ਰਭੂ ਦੇ ਤਾਈਂ ਮੈਂ ਨਮਸਕਾਰ ਕਰਦਾ ਹਾਂ। ਜਿਹ ਕੀ ਮਾਇਆ ਕੇਰ ਬਿਲਾਸੂ। ਜਿਸ ਪ੍ਰਭੂ ਦੀ ਮਾਇਆ ਦਾ ਹੀ ਇਹ ਸਾਰਾ ਪਸਾਰਾ ਪਸਰਿਆ ਹੈ। ਮੋਹਿ ਸਰਬ ਚਰਾਚਰ ਜਾਹੀ। ਤੇ ਮੇਰੇ ਤਾਈਂ ਅਤੇ ਜੜ ਚੇਤਨ ਜੋ ਵੀ ਕੁਝ ਦਿਖ ਰਿਹਾ ਹੈ, ਆਪਣੇ ਬਿਗਾਨ ਲਖਾਵਾ ਤਾਹੀ। ਆਪਣਾ ਬੇਗਾਨਾ ਮੈਨੂੰ ਕੁਝ ਨਹੀਂ ਲੱਗਦਾ। ਭੇਦ ਅਪਰ ਪਰ ਹੈ ਉਰ ਤੋਰੇ। ਤੇਰੇ ਅੰਦਰ ਆਪਣੇ ਪਰਾਏ ਦਾ ਭੇਦ ਹੈ, ਭੇਦ ਬੁੱਧ ਕਛ ਨਹਿ ਹੀਏ ਮੋਰੇ। ਪਰ ਮੇਰੇ ਅੰਦਰ ਕਿਸੇ ਤਰ੍ਹਾਂ ਦਾ ਵੀ ਕੋਈ ਭੇਦ ਨਹੀਂ ਹੈ। ਮੈਂ ਤਾਂ ਬਸ ਇਹੋ ਜਾਣਦਾ ਕਿ ਸਾਰੀਆਂ ਥਾਵਾਂ ਤੇ ਇੱਕ ਪ੍ਰਭੂ ਹੀ ਰਮਿਆ ਹੋਇਆ ਹੈ, ਉਹਦੀ ਅੰਸ਼ ਹੈ। ਸਾਰਿਆਂ ਅੰਦਰ ਉਹ ਪਰਮਾਤਮਾ ਦੀ ਆਤਮਾ ਹੈ। ਇੱਕ ਉਹ ਪਰਮਾਤਮਾ ਹੀ ਸਾਰਿਆਂ ਦੇ ਹਿਰਦੇ ਘਰ ਵਿੱਚ ਬੈਠਾ ਹੈ। ਸ੍ਰੀ ਕਰਤਾਰ ਕਰੈ ਜਬ ਕਰੁਣਾ। ਸ੍ਰੀ ਕਰਤਾਰ ਪਰਮਾਤਮਾ ਜਦੋਂ ਕਿਰਪਾ ਕਰਦੇ ਹਨ, ਤਬ ਹੈ ਜਹ ਭੇਦ ਹੋਏ ਉਰ ਹਰਨਾ। ਪਰ ਉਦੋਂ ਇਹ ਜਿਹੜਾ ਭੇਦ ਹੈ ਨਾ, ਇਹ ਦੂਰ ਹੁੰਦਾ ਹੈ ਜਾਂ ਖੁੱਲ੍ਹਦਾ ਹੈ। ਕਿਹੜਾ ਭੇਦ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਭੇਦ ਉਦੋਂ ਖੁੱਲ੍ਹਦਾ ਹੈ ਕਿ ਸਾਰੀਆਂ ਥਾਵਾਂ ਤੇ ਇੱਕ ਪ੍ਰਭੂ ਰਮਿਆ ਹੈ, ਜਦੋਂ ਉਹਦੀ ਕਿਰਪਾ ਹੋਈ। ਨਹੀਂ ਤਾਂ ਸੁਣਦੇ ਤਾਂ ਆਪਾਂ ਸਾਰੇ ਹੀ ਹਾਂ, ਪਰ ਆਪਾਂ ਵੈਰ ਵੀ ਸਾਰਿਆਂ ਨਾਲ ਰੱਖੀ ਬੈਠੇ ਹਾਂ। ਉਹ ਆਪਣਾ ਹੈ, ਫਲਾਣਾ ਬੇਗਾਨਾ ਹੈ। ਇਹ ਤਾਂ ਮਾਲਕ ਦੀ ਕਿਰਪਾ ਹੋਵੇ, ਇਹ ਭੇਦ ਦੂਰ ਹੁੰਦਾ ਹੈ। ਇਸ ਤਰ੍ਹਾਂ ਬਖਸ਼ਿਸ਼ ਹੁੰਦੀ ਹੈ। ਆਤਮ ਮਹਿ ਪਰੈ ਪਰ ਬਖਾਨੇ। ਆਤਮਾ ਜਿਹੜੀ ਹੈ, ਆਤਮਾ ਮਹਿ ਪਰ ਅਪਰ ਬਖਾਨੇ। ਜਦੋਂ ਮਾਲਕ ਦੀ ਕਿਰਪਾ ਹੋਵੇ ਤੇ ਭੇਦ ਦੂਰ ਹੋ ਜਾਂਦਾ ਹੈ, ਫਿਰ ਹੀ ਉੱਪਰ ਸਾਰੇ ਆਤਮਾ ਇੱਕ ਦਿਖਦੀ ਹੈ। ਵੇਦ ਅਰਥ ਕੋ ਕੁਮਤ ਨ ਜਾਣੇ। ਤੇ ਵੇਦਾਂ ਦੇ ਗਿਆਨ ਦੇ ਅਰਥ ਦੇ ਨਾਲ ਜਾਂ ਵੇਦਾਂ ਦੇ ਅਰਥ ਦੇ ਨਾਲ ਖੋਟੀ ਮਤ ਵਾਲੇ ਨਹੀਂ ਜਾਣ ਸਕਦੇ। ਕਵੇ ਨਾ ਹੋਏ ਤਾਹੇ ਕਲਿਆਣਾ। ਜਿਹੜੇ ਹੈ ਹੀ ਅਗਿਆਨੀ ਨੇ, ਉਹ ਵੇਦਾਂ ਦੇ ਅਰਥ ਨੂੰ ਕੀ ਜਾਣਨਗੇ ਜਾਂ ਉਹ ਗਿਆਨ ਨੂੰ ਕੀ ਸਮਝਣਗੇ? ਕਦੇ ਵੀ ਉਹਨਾਂ ਦੀ ਕਲਿਆਣ ਨਹੀਂ ਹੁੰਦੀ ਜਿਨ੍ਹਾਂ ਅੰਦਰ ਗਿਆਨ ਨਹੀਂ ਹੁੰਦਾ, ਜਿਨ੍ਹਾਂ ਅੰਦਰ ਇਹ ਚਾਨਣ ਨਹੀਂ ਹੁੰਦਾ ਕਿ ਸਾਰੀਆਂ ਥਾਵਾਂ ਤੇ ਇੱਕ ਪ੍ਰਭੂ ਹੀ ਆਪ ਸਮਾਇਆ ਹੈ। ਜਨਮ ਮਰਨ ਪਾਵੈ ਦੁਖ ਨਾਨਾ। ਤੇ ਨਾਨਾ ਤਰ੍ਹਾਂ ਦੇ ਉਹ ਜੀਵ ਜਨਮ ਮਰਨ ਦੇ ਦੁੱਖ ਪ੍ਰਾਪਤ ਕਰਦੇ ਹਨ। ਪੂਰਨ ਲਖੇ ਆਤਮਾ ਜੋਈ। ਜਿਹਦੇ ਉੱਤੇ ਮਾਲਕ ਦੀ ਕਿਰਪਾ ਹੁੰਦੀ ਹੈ, ਇੱਕ ਪ੍ਰਭੂ ਦੀ ਪਸਰੀ ਆਤਮਾ ਜਾਣਦੇ ਹਨ। ਅਬ ਬੰਧਨ ਤੇ ਛੂਟੈ ਸੋਈ। ਉਹ ਸੰਸਾਰ ਦੇ ਬੰਧਨਾਂ ਤੋਂ ਛੁੱਟ ਜਾਂਦੇ ਹਨ। ਸੁਨ ਕਰ ਅਸ ਬਚ ਸੰਡਾ ਮਰਕਾ। ਜਦੋਂ ਇਸ ਤਰ੍ਹਾਂ ਦੇ ਬੋਲ ਸੰਡੇ ਅਤੇ ਮਰਕੇ ਨੇ ਸੁਣੇ ਹਨ, ਕਹੇ ਕਿ ਖੋਟੋ ਵਹਿੜ ਜੈ ਵੜ ਜਹ ਲੜਕਾ। ਲੱਗੇ ਇਹ ਲੜਕਾ ਤਾਂ ਬੜਾ ਖੋਟਾ ਭੈੜਾ ਹੈ, ਇਹਦੀ ਮੱਤ ਤਾਂ ਪੁੱਠੀ ਹੈ,
ਇਹ ਕਿਸੇ ਦੀ ਗੱਲ ਸਮਝਣ ਵਾਲਾ ਨਹੀਂ ਹੈ। ਦਾਤਨ ਕੁਲ ਕਾਨਣ ਕੀ ਨਿਆਈ, ਇਹ ਜਿਹੜੀ ਦੈਂਤਾਂ ਦੀ ਕੁੱਲ ਹੈ ਇਹ ਜੰਗਲ ਦੀ ਤਰ੍ਹਾਂ ਹੈ। ਵਿਸ਼ਨ ਕੁਠਾਰ ਸਮਾਨ ਨਸਾਈ, ਤੇ ਵਿਸ਼ਨੂੰ ਜੋ ਹਨ ਉਹ ਕੁਹਾੜੇ ਦੀ ਤਰ੍ਹਾਂ ਹਨ। ਬਿਨ ਡੰਡੇ ਜੋ ਇਹ ਕੁਠਾਰਾ, ਬਿਨਾਂ ਡੰਡੇ ਤੋਂ ਜੇ ਕੁਠਾਰਾ ਕੁਹਾੜਾ ਹੋਵੇ ਕਾਟ ਨਾ ਸਕੈ ਬਿਟਪ ਨਿਰਧਾਰਾ, ਤੇ ਉਹ ਕੱਟ ਨਹੀਂ ਸਕਦਾ ਬ੍ਰਿਕਸ਼ਾਂ ਨੂੰ। ਨਿਸ਼ਚਿਤ ਹੈ ਇਹ ਗੱਲ। ਤਿਉ ਆਗੈ ਥੋ ਹਰ ਭਗਵਾਨਾ, ਕਹਿੰਦੇ ਇਸੇ ਤਰ੍ਹਾਂ ਤਿਉ ਆਗੈ ਥੋ ਹਰ ਭਗਵਾਨ। ਤੇਰਾ ਜਿਹੜਾ ਭਗਵਾਨ ਹੈ ਨਾ, ਕਿਉਂਕਿ ਵਿਸ਼ਨੂੰ ਦੇ ਉਪਾਸ਼ਕ ਸਨ ਤੇ ਨਾਰਦ ਇਹਨਾਂ ਨੂੰ ਪ੍ਰੇਰਨ ਵਾਲੇ ਸਨ। ਕਹਿੰਦੇ ਜਿਹੜਾ ਤੇਰਾ ਭਗਵਾਨ ਹੈ ਇਹ ਜਿਹੜੀ ਦੈਂਤਾਂ ਦੀ ਕੋਲਾ ਹੈ ਤਾਂ ਜੰਗਲ ਦੀ ਤਰ੍ਹਾਂ ਹੈ, ਤੇ ਬਿਨਾਂ ਡੰਡੇ ਤੋਂ ਕੁਹਾੜਾ ਉਹ ਜੰਗਲ ਦੇ ਬ੍ਰਿਕਸ਼ਾਂ ਨੂੰ ਕੱਟ ਨਹੀਂ ਸਕਦਾ। ਵਿਸ਼ਨੂੰ ਤੇ ਇੱਕ ਕੁਹਾੜੇ ਦੀ ਤਰ੍ਹਾਂ ਨੇ, ਪਰ ਤੇਰਾ ਜਿਹੜਾ ਭਗਵਾਨ ਹੈ ਕਹਿੰਦੇ ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਬਿਨਾਂ ਡੰਡੇ ਤੋਂ ਕੁਹਾੜਾ ਹੋਵੇ। ਅਬ ਇਹ ਹੋਇਓ ਦੰਡ ਸਮਾਨਾ, ਤੇ ਹੁਣ ਇਹ ਪ੍ਰਹਿਲਾਦ ਜੋ ਹੈ ਇਹ ਡੰਡੇ ਦੇ ਸਮਾਨ ਬਣ ਗਿਆ ਹੈ। ਕਹਿੰਦੇ ਵਿਸ਼ਨੂੰ ਉਹ ਕੁਹਾੜਾ ਹੈ, ਇਹ ਡੰਡਾ ਬਣੇਗਾ ਤੇ ਦੈਂਤਾਂ ਦੀ ਕੁਲ ਨਾਸ਼ ਕਰੇਗਾ। ਇਸ ਕਰਕੇ ਨਿਸ਼ਚੈ ਨਾਸ ਬੰਸ ਕੀ ਕਰਈ, ਨਿਸ਼ਚੈ ਕਰਕੇ ਜਾਣ ਗਏ ਹਾਂ ਕਿ ਦੈਂਤਾਂ ਦੀ ਵੰਸ਼ ਨੂੰ ਨਾਸ਼ ਕਰੇਗਾ। ਵੱਡੋ ਢੀਠ ਡਰ ਹਿਰਦੇ ਨ ਧਰਈ, ਇਹ ਬੜਾ ਢੀਠ ਹੈ ਪ੍ਰਹਿਲਾਦ, ਇਹ ਕਿਸੇ ਦਾ ਡਰ ਮਨ ਵਿੱਚ ਨਹੀਂ ਮੰਨਦਾ। ਆਨੋ ਬੈਂਤ ਸਾਸਨਾ ਦੇਈ, ਇਹ ਸੰਡੇ ਨੇ ਕਿਹਾ, ਕਹਿਣ ਲੱਗਾ ਬੈਂਤ ਲਿਆਵੋ, ਸੋਟੀ ਲਿਆਓ, ਤੇ ਸੋਟੀ ਲਿਆ ਕੇ ਪ੍ਰਹਿਲਾਦ ਨੂੰ ਸਜ਼ਾ ਦਈਏ। ਬਿਨ ਡਾਂਟੇ ਇਹ ਸੀਖ ਨਾ ਲਈ, ਬਿਨਾਂ ਡਾਂਟਿਆਂ ਬਿਨਾਂ ਇਹਨੂੰ ਡੰਡ ਦਿੱਤਿਆਂ ਇਹਨੂੰ ਬੈਂਤ ਮਾਰਿਆਂ ਸੋਟੀਆਂ ਮਾਰਿਆਂ, ਇਹ ਸਾਡੀ ਗੱਲ ਮੰਨਣ ਵਾਲਾ ਨਹੀਂ ਹੈ। ਬਹੁ ਪ੍ਰਕਾਰ ਕੋ ਭੈ ਦਿਖਰਾਵਾ, ਬੜੇ ਤਰ੍ਹਾਂ ਦੇ ਡਰ ਪ੍ਰਹਿਲਾਦ ਜੀ ਕਹਿੰਦੇ ਮੈਨੂੰ ਉਸ ਸੰਡੇ ਵੱਲੋਂ ਦਿਖਾਏ ਗਏ। ਆਪਣੀ ਵਿਦਿਆ ਸਕਲ ਪਠਾ ਪੜਾਵੈ, ਆਪਣੀ ਵਿਦਿਆ ਸਾਰੀ ਪੜਾਉਣੀ ਚਾਹੁੰਦੇ ਸੀ, ਜੋ ਦੈਂਤਾਂ ਦੇ ਪੁੱਤਰਾਂ ਨੂੰ ਪੜਾਉਂਦੇ ਸੀ। ਪੜਾਉਂਦੇ ਤਾਂ ਰਾਜਨੀਤਿਕ ਦੀ ਵਿਦਿਆ ਸੀ, ਪਰ ਬਾਅਦ ਵਿੱਚ ਇਹ ਦ੍ਰਿੜ ਕਰਵਾਉਂਦੇ ਸੀ ਕਿ ਹਰਨਾਕਸ਼ ਜਿਹੜਾ ਹੈ ਇਹ ਸਦਾ ਕਾਇਮ ਰਹਿਣ ਵਾਲਾ ਇਹੋ ਹੀ ਪ੍ਰਭੂ ਹੈ। ਇਹ ਕਹਿੰਦਾ ਸੀ ਬੱਚਿਆਂ ਨੂੰ ਪੜਾਵੋ ਜਲੇ ਹਰਨਾਕਸ਼ ਥਲੇ ਹਰਨਾਕਸ਼, ਕਿ ਜਿਹੜਾ ਹਰਨਾਕਸ਼ ਹੈ ਇਹੋ ਹੀ ਜਲਾਂ ਥਲਾਂ ਦੇ ਵਿੱਚ ਪੂਰਿਆ ਹੈ, ਇਹ ਅਬਨਾਸੀ। ਪਰ ਪ੍ਰਹਿਲਾਦ ਜੀ ਪੜ੍ਹਦੇ ਹਨ ਜਲੇ ਹਰੀ ਥਲੇ ਹਰੀ। ਇਸ ਕਰਕੇ ਜਿਹੜਾ ਸੰਡਾ ਸੀ ਨੇ ਬੜੇ ਯਤਨ ਕੀਤੇ ਕਿ ਇਹਨਾਂ ਨੂੰ ਆਪਾਂ ਪੜ੍ਹਾਈ ਇਹ ਆਪਣੀ ਪੜ੍ਹਾ ਲਈਏ। ਏਕ ਨਹੀਂ ਤਿਨ ਕੀ ਮਨ ਮਾਨੀ, ਪਰ ਭਗਤ ਪ੍ਰਹਿਲਾਦ ਜੀ ਬੇਪਰਵਾਹ ਸਦਾ ਰੰਗ ਹਰ ਕੇ, ਜਿਹੜੇ ਪ੍ਰਭੂ ਦੇ ਨਾਮ ਦੇ ਵਿੱਚ ਰੰਗੇ ਹੋਣ ਜਿਨ੍ਹਾਂ ਦੇ ਮਨ, ਉਹ ਬੇਪਰਵਾਹ ਰਹਿੰਦੇ ਨੇ। ਬੜੇ ਯਤਨ ਕੀਤੇ। ਪ੍ਰਹਿਲਾਦ ਜੀ ਤਾਂ ਛੋਟੇ ਸਨ, ਬਚਪਨ ਵਿੱਚ ਹੀ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਸਜ਼ਾਵਾਂ ਦਾ ਡਰ ਜਿਹੜਾ ਸੀ ਸੰਡੇ ਅਤੇ ਮਰਕੇ ਵੱਲੋਂ ਦਿੱਤਾ ਗਿਆ। ਪਰ ਜਿਨ੍ਹਾਂ ਦੇ ਮਨ ਨਾਮ ਦੇ ਨਾਲ ਭਿੱਜੇ ਹੋਣ, ਜਿਹੜੇ ਪ੍ਰਭੂ ਦੇ ਨਾਮ ਦੇ ਪ੍ਰਭੂ ਦੀ ਭਗਤੀ ਦੇ ਆਸ਼ਿਕ ਹੋਣ, ਤੇ ਉਹਨਾਂ ਨੂੰ ਭਾਵੇਂ ਕਿਸੇ ਤਰ੍ਹਾਂ ਵੀ ਡਰ ਦਿੱਤੇ ਜਾਣ, ਲਾਲਚ ਦਿੱਤੇ ਜਾਣ, ਪਰ ਉਹ ਕਦੇ ਵਾਸਤੇ ਵੀ ਆਪਣੇ ਜਿਹੜੇ ਫੈਸਲੇ ਹਨ ਉਹਨਾਂ ਨੂੰ ਬਦਲਦੇ ਨਹੀਂ। ਉਹਨਾਂ ਫੈਸਲਿਆਂ ਦੇ ਵਿੱਚ ਆਪ ਆਪਣਾ ਭਰੋਸਾ ਜਿਹੜਾ ਹੈ ਉਹ ਪਰਪੱਕ ਰੱਖਦੇ ਨੇ। ਭਾਵੇਂ ਉਹਨਾਂ ਦੇ ਸਰੀਰਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਸਜ਼ਾਵਾਂ ਵੀ ਕਿਉਂ ਨਾ ਦਿੱਤੀਆਂ ਜਾਣ, ਫਿਰ ਵੀ ਉਹ ਅਡੋਲ ਰਹਿੰਦੇ ਹਨ। ਪ੍ਰਹਿਲਾਦ ਜੀ ਕਹਿੰਦੇ ਨੇ, ਕਹਿੰਦੇ ਬਹੁਤ ਤਰ੍ਹਾਂ ਦੇ ਯਤਨ ਕੀਤੇ ਗਏ ਸੰਡੇ ਅਤੇ ਮਰਕੇ ਵੱਲੋਂ, ਏਕ ਨਹੀਂ ਤਿਨ ਕੀ ਮਨ ਮਾਨੀ, ਪਰ ਇੱਕ ਵੀ ਗੱਲ ਸਿੱਖਿਆ ਉਹਨਾਂ ਦੀ ਸਾਡੇ ਮਨ ਉੱਤੇ ਨਾ ਅਸਰ ਕਰ ਸਕੀ। ਦੇਖ ਕੁਰੀਤੀ ਤੂਸ਼ਨ ਠਾਨੀ, ਉਹਨਾਂ ਦੀ ਕੁਰੀਤੀ ਦੇਖ ਕਰਕੇ ਚੁੱਪ ਹੀ ਰਹੇ ਅਸੀਂ। ਬੀਤ ਗਿਓ ਜਬ ਕੇਤਕ ਕਾਲਾ, ਜਦੋਂ ਇਸ ਤਰ੍ਹਾਂ ਕਰਦਿਆਂ ਕੁਝ ਸਮਾਂ ਬੀਤਿਆ ਹੈ, ਇਹ ਜਾਣਤ ਪੇ ਪੜਿਓ ਵਿਸਾਲਾ, ਤੇ ਮਨ ਵਿੱਚ ਇਹ ਸੋਚਣ ਲੱਗੇ ਕਿ ਪ੍ਰਹਿਲਾਦ ਹੁਣ ਬਹੁਤ ਵਿਦਿਆ ਪੜ੍ਹ ਗਿਆ ਹੋਵੇਗਾ, ਕਿਉਂਕਿ ਭਗਤ ਪ੍ਰਹਿਲਾਦ ਜੀ ਕਹਿੰਦੇ ਕਿ ਮੈਂ ਉਹਨਾਂ ਦੀ ਕੁਨੀਤੀ ਦੇਖ ਕੇ ਚੁੱਪ ਹੀ ਰਿਹਾ। ਤੇ ਜਿੱਥੇ ਹੋਰ ਬਾਲਕਾਂ ਨੂੰ ਪੜ੍ਹਾਉਂਦੇ ਸਨ, ਉੱਥੇ ਭਗਤ ਪ੍ਰਹਿਲਾਦ ਜੀ ਪ੍ਰਭੂ ਨਾਮ ਦੇ ਵਿੱਚ ਰੰਗੇ ਹੋਏ ਭਿੱਜੇ ਹੋਏ ਬੈਠੇ ਰਹਿੰਦੇ ਸਨ। ਕਹਿੰਦੇ ਇਹਨਾਂ ਨੇ ਸੋਚਿਆ ਸੰਡੇ ਅਤੇ ਮਰਕੇ ਨੇ ਕਿ ਹੁਣ ਪ੍ਰਹਿਲਾਦ ਕਿੰਨੀ ਵਿਦਿਆ ਪੜ੍ਹ ਗਿਆ ਹੋਵੇਗਾ। ਇੱਕ ਦਿਨ ਦੈਂਤ ਰਾਜ ਕੇ ਪਾਸਾ, ਇੱਕ ਦਿਨ ਇਹ ਸੰਡਾ ਤੇ ਮਰਕਾ, ਜਿਹੜਾ ਦੈਂਤਾਂ ਦਾ ਰਾਜਾ ਕੌਣ ਸੀ, ਉਹ ਹਰਨਾਕਸ਼ ਸੀ, ਤੇ ਉਹਨਾਂ ਹਰਨਾਕਸ਼ ਦੇ ਪਾਸ ਜੇ ਕਰ ਗਮਨੇ ਕਰਤ ਹੁਲਾਸਾ, ਬੜੇ ਪਰੇਸ਼ਾਨ ਹੋਏ ਤੇ ਮੈਨੂੰ ਲੈ ਕੇ ਹਰਨਾਕਸ਼ ਦੇ ਕੋਲ ਚੱਲੇ। ਜਾਏ ਪਿਤਾ ਪਦ ਬੰਧਨ ਕੀਨੀ, ਮੈਂ ਜਾ ਕੇ ਆਪਣੇ ਪਿਤਾ ਦਾ ਅਦਬ ਕੀਤਾ, ਉਹਨੂੰ ਨਮਸਕਾਰ ਕੀਤੀ। ਕਰੇ ਹਰਖ ਆਸ਼ਿਕ ਤਿਨ ਦੀਨੀ, ਪਿਤਾ ਨੇ ਬੜੇ ਖੁਸ਼ ਹੋ ਕੇ ਮੈਨੂੰ ਅਸੀਸ ਦਿੱਤੀ। ਦੋਏ ਕਰ ਸੋ ਗਹਿ ਕਰ ਪੁਲ ਭਾਂਤੀ, ਦੋਵੇਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਬਦਨ ਬਿਲੋਕ ਲਾਏ ਲਿਏ ਛਾਤੀ, ਕਹਿੰਦੇ ਦੋਵੇਂ ਹੱਥਾਂ ਦੇ ਨਾਲ ਮੈਨੂੰ ਫੜ ਲਿਆ ਤੇ ਮੇਰਾ ਮੁਖ ਦੇਖ ਕੇ ਨਾ ਮੇਰੇ ਪਿਤਾ
ਹਰਨਾਕਸ਼ ਨੇ ਮੈਨੂੰ ਆਪਣੇ ਗਲ ਦੇ ਨਾਲ ਲਾ ਲਿਆ, ਆਪਣੀ ਛਾਤੀ ਦੇ ਨਾਲ ਲਾ ਲਿਆ, ਅੰਕ ਬਿਠਾਇਓ ਬਚਨ ਅਲਾਵਾ। ਆਪਣੀ ਗੋਦ ਵਿੱਚ ਬਿਠਾ ਕੇ ਮੈਨੂੰ ਮੇਰਾ ਪਿਤਾ ਕਹਿਣ ਲੱਗਾ, ਹੇ ਸੁਤ ਕਾਲ ਬਿਤੇ ਬਹੁ ਆਵਾ। ਐ ਪੁੱਤਰ ਬੜਾ ਸਮਾਂ ਬੀਤਿਆ ਏ, ਬੜੇ ਲੰਮੇ ਸਮੇਂ ਬਾਅਦ ਤੂੰ ਘਰੇ ਆਇਆ ਹੈ। ਪੜਿਓ ਪਾਠ ਜੋ ਸੁੰਦਰ ਤੋਹੀ। ਜੋ ਤੂੰ ਸੁੰਦਰ ਸਿੱਖਿਆ ਲਈ ਹੈ, ਜੋ ਤੂੰ ਸੋਹਣੀ ਪੜ੍ਹਾਈ ਪੜ੍ਹੀ ਹੈ, ਸਰਬ ਉਚਾਰ ਸੁਨਾਵੋ ਮੋਹੀ। ਉਹ ਹੁਣ ਮੇਰੇ ਤਾਈਂ ਸੁਣਾ। ਜੋ ਤੂੰ ਪੜ੍ਹ ਕੇ ਆਇਆ ਤੇ ਸੋਚਿਆ ਇਹਨੇ ਸੀ ਕਿ ਪਾਠਸ਼ਾਲਾ ਵਿੱਚ ਇਹਨੂੰ ਰੱਖਿਆ ਹੈ, ਤੇ ਹੁਣ ਤਾਂ ਦੈਂਤਾਂ ਦੀ ਮੱਤ ਜਿਹੜੀ ਆ ਉਹ ਇਹਦੇ ਹਿਰਦੇ ਵਿੱਚ ਘਰ ਕਰ ਗਈ ਹੋਵੇਗੀ। ਜਿੱਥੇ ਹੋਰਾਂ ਨੂੰ ਕਹਿੰਦਾ ਸੀ ਕਿ ਮੈਂ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਹੋ, ਮੇਰਾ ਜਸ ਸਾਰੇ ਗਾਓ, ਉੱਥੇ ਜੇ ਘਰ ਵਿੱਚੋਂ ਹੀ ਕੋਈ ਵਿਰੋਧੀ ਹੋਵੇ, ਉਲਟ ਹੋਵੇ, ਤੇ ਬਹੁਤ ਬੁਰਾ ਲੱਗਦਾ ਹੈ। ਹਾਲੇ ਬਾਹਰੋਂ ਤਾਂ ਬੰਦਾ ਬਰਦਾਸ਼ਤ ਕਰਦਾ ਹੈ, ਘਰ ਵਿੱਚੋਂ ਕਿਸ ਤਰ੍ਹਾਂ ਕਰੇਗਾ। ਇਹ ਸੁਣ ਕੇ ਕਹਿੰਦੇ ਭਗਤ ਪ੍ਰਹਿਲਾਦ ਜੀ ਕਹਿੰਦੇ ਹਰਨਾਕਸ਼ ਨੇ ਮੈਨੂੰ ਪਿਆਰ ਦੇ ਨਾਲ ਛਾਤੀ ਨਾਲ ਲਾਇਆ, ਪਿਤਾ ਨੇ ਗੋਦ ਵਿੱਚ ਬਿਠਾ ਕੇ ਕਿਹਾ, ਪੁੱਤਰ ਬੜੇ ਲੰਮੇ ਸਮੇਂ ਬਾਅਦ ਘਰੇ ਆਇਆ ਹੈ, ਜੋ ਪੜ੍ਹਾਈ ਤੂੰ ਪੜ੍ਹ ਕੇ ਆਇਆ ਮੇਰੇ ਤਾਈਂ ਸੁਣਾ। ਸੁਨ ਕਰ ਜਨਕ ਬਚਨ ਕੋ ਬੋਲਿਓ। ਮੈਂ ਆਪਣੇ ਪਿਤਾ ਦੇ ਬਚਨ ਸੁਣੇ ਤੇ ਇਸ ਤਰ੍ਹਾਂ ਕਿਹਾ, ਮਨ ਕੋ ਮਤੋ ਬਿਦਤ ਸਭ ਖੋਲਿਓ। ਜੋ ਮਨ ਦਾ ਮਤਾ ਸੀ, ਜੋ ਮੇਰੇ ਮਨ ਵਿੱਚ ਚੱਲਦਾ ਸੀ, ਉਹ ਮੈਂ ਸਾਰਾ ਪਿਤਾ ਅੱਗੇ ਖੋਲ ਦਿੱਤਾ। ਅਬ ਮਤ ਬਾਤ ਧਰੋ ਉਰਮਾਹੀ। ਮੈਂ ਸਭ ਤੋਂ ਪਹਿਲੀ ਉਹਨੂੰ ਇਹ ਗੱਲ ਕਹੀ, ਪਿਤਾ ਜੀ ਕਿ ਚੰਗੀ ਗੱਲ ਇਹ ਸਿੱਖਿਆ ਆਪਣੇ ਮਨ ਵਿੱਚ ਧਾਰਨ ਕਰੋ। ਹਰ ਜਸ ਸੁਨ ਸਿਮਰਨ ਸੁਭ ਆਹੀ। ਇਹ ਮੈਂ ਸਭ ਤੋਂ ਪਹਿਲਾਂ ਕਿਹਾ ਕਿ ਪਿਤਾ ਜੀ ਚੰਗੀ ਮਤ ਧਾਰਨ ਕਰੋ। ਕਿਹੜੀ? ਹਰ ਜਸ ਸੁਨ, ਪ੍ਰਭੂ ਦਾ ਜਸ ਕੰਨਾਂ ਨਾਲ ਸੁਣੋ, ਸਿਮਰਨ ਸ਼ੁਭ ਆਹੀ। ਇਹੋ ਹੀ ਸਭ ਤੋਂ ਚੰਗਾ ਸਿਮਰਨ ਹੈ, ਪ੍ਰਭੂ ਦਾ ਨਾਮ। ਉਹੀ ਆਪਣੇ ਹਿਰਦੇ ਵਿੱਚ ਧਾਰਨ ਕਰੋ ਤੇ ਉਹਨੂੰ ਕੰਨਾਂ ਦੇ ਨਾਲ ਸੁਣੋ। ਕਰਨ ਕੀਰਤਨ ਚਰਨਨ ਸੇਵਾ। ਪ੍ਰਭੂ ਦੀ ਕੀਰਤੀ ਗਾਵੋ ਤੇ ਉਸ ਪ੍ਰਭੂ ਦੇ ਚਰਨਾਂ ਦੀ ਸੇਵਾ ਵਿੱਚ ਲੱਗੋ। ਅਰਚਨ ਬੰਦਨ ਸ੍ਰੀ ਜਗਦੇਵਾ। ਤੇ ਉਸ ਪ੍ਰਭੂ ਦੀ ਹੀ ਪੂਜਾ ਕਰੋ ਅਤੇ ਉਸ ਦੇ ਤਾਈਂ ਨਮਸਕਾਰ ਕਰੋ। ਜਿਡ ਵਿਸ਼ਵਾਸ ਹੈ ਅਰਪ ਸਰੀਰਾ। ਆਪਣੇ ਸਰੀਰ ਦਾ ਭਰੋਸਾ ਜਿਹੜਾ ਉਹ ਇੱਕ ਪ੍ਰਭੂ ਦੇ ਚਰਨਾਂ ਦੇ ਵਿੱਚ ਟਿਕਾਵੋ। ਕਰਨ ਸਖਾਪਨ ਗੁਣੀ ਗਹੀਰਾ। ਉਹ ਜੋ ਗੁਣਾਂ ਦਾ ਗਹੀਰਾ ਸਮੁੰਦਰ ਹੈ, ਪਰਮੇਸ਼ਰ ਦੇ ਨਾਲ ਹੀ ਆਪਣਾ ਪ੍ਰੇਮ ਬਣਾਵੋ। ਨਵਦਾ ਭਗਤ ਇਹੀ ਗਤ ਦਾਈ। 9 ਤਰ੍ਹਾਂ ਦੀ ਭਗਤੀ ਪ੍ਰਭੂ ਦੀ ਕਰੀਏ ਤੇ ਉਹ ਮੁਕਤੀ ਦੇਣ ਵਾਲੀ ਹੈ। ਕਰੋ ਸਦੀਵ ਹਿਰਦੇ ਹਿਤ ਲਾਈ। ਆਪਣੇ ਹਿਰਦੇ ਵਿੱਚ ਪਿਆਰ ਲਾ ਕੇ ਉਸ ਪ੍ਰਭੂ ਦੀ ਭਗਤੀ ਨੂੰ ਕਰੋ। ਅਪਰ ਪਾਠ ਸਭ ਦੇਹੋ ਬਿਹਾਈ। ਹੋਰ ਜਿਹੜੇ ਪਾਠ ਨੇ ਨਾ, ਪੜ੍ਹਾਈਆਂ ਨੇ, ਇਹ ਭੁਲਾ ਦਵੋ। ਜਿਨ ਕੇ ਕਾਰਜ ਸਰੈ ਨਾਰਾਈ। ਜਿਨ੍ਹਾਂ ਪੜ੍ਹਾਈਆਂ ਨੂੰ ਪੜ੍ਹਨ ਦੇ ਨਾਲ, ਪਾਠਾਂ ਨੂੰ ਪੜ੍ਹਨ ਦੇ ਨਾਲ ਪਰਲੋਕ ਵਿੱਚ ਕੋਈ ਵੀ ਕੰਮ ਸਵਰਨ ਵਾਲਾ ਨਹੀਂ ਹੈ। ਹਿਰਨ ਕਸ਼ਪ ਸੁਨ ਸੋ ਸੁਨ ਕੋਪ ਵਢਾਵਾ। ਜਦੋਂ ਕਹਿੰਦੇ ਪਿਤਾ ਨੇ, ਹਰਨਾਕਸ਼ ਨੇ ਮੇਰੀ ਇਹ ਗੱਲ ਸੁਣੀ ਤੇ ਬੜੇ ਗੁੱਸੇ ਵਿੱਚ ਆ ਗਿਆ। ਪਹਿਲਾਂ ਬੜੇ ਯਤਨ ਕੀਤੇ ਸਨ, ਜਿੱਥੇ ਲੋਕ ਵਾਵਾ ਪਿਆ ਕਰਦੇ ਨੇ, ਜਿੱਥੇ ਲੋਕ ਹਰਨਾਕਸ਼ ਨੂੰ ਕਹਿੰਦੇ ਨੇ ਤੂੰ ਹੀ ਰੱਬ ਹੈ, ਉੱਥੇ ਪ੍ਰਭੂ ਨੇ ਘਰ ਦੇ ਵਿੱਚ ਕਹਿੰਦੇ ਭਗਤ ਪ੍ਰਹਿਲਾਦ ਜੀ ਨੂੰ ਭੇਜ ਦਿੱਤਾ। ਤੇ ਭਗਤ ਪ੍ਰਹਿਲਾਦ ਕਹਿੰਦੇ ਨੇ, ਪਿਤਾ ਕੇਵਲ ਇੱਕ ਪਰਮਾਤਮਾ ਹੀ ਹੈ ਜਿਹੜਾ ਥਿਰ ਰਹਿਣ ਵਾਲਾ ਹੈ। 9 ਪ੍ਰਕਾਰ ਦੀ ਭਗਤੀ ਵਿਦਵਾਨ ਕਹਿੰਦੇ ਨੇ, ਉਹਨਾਂ ਵਿੱਚੋਂ ਇੱਕ ਵੀ ਹੋ ਜਾਵੇ ਤੇ ਬੰਦੇ ਦੀ ਕਲਿਆਣ ਹੋ ਜਾਂਦੀ ਹੈ। ਉਹ ਪ੍ਰਭੂ ਹੀ ਥਿਰ ਰਹਿਣ ਵਾਲਾ ਹੈ। ਉਹਦੇ ਨਾਮ ਤੋਂ ਬਿਨਾਂ ਕੋਈ ਵੀ ਕਾਰਜ ਸਫਲਾ ਨਹੀਂ ਹੈ। ਜਿੰਨੇ ਮਰਜ਼ੀ ਪਾਠ ਪੜ੍ਹੀ ਜਾਵੋ, ਪਰ ਪਰਲੋਕ ਵਿੱਚ ਪ੍ਰਭੂ ਦੇ ਨਾਮ ਨੇ ਹੀ ਛੁਟਕਾਰਾ ਦਿਵਾਉਣਾ ਹੈ। ਨਿਜ ਦੰਤਨ ਸੋ ਅਦਰ ਚਬਾਵਾ। ਇਹ ਸੁਣ ਕੇ ਹਰਨਾਕਸ਼ ਗੁੱਸੇ ਵਿੱਚ ਆ ਗਿਆ ਤੇ ਗੁੱਸੇ ਵਿੱਚ ਆਇਆ ਆਪਣੇ ਬੁੱਲਾਂ ਨੂੰ ਦੰਦਾਂ ਦੇ ਨਾਲ ਚੱਬਣ ਲੱਗਾ। ਸਰੋਣਿਤ ਸਰਸ ਲਾਲ ਭੇ ਨੈਨਾ। ਆਪਣੇ ਨੇਤਰ ਗੁੱਸੇ ਵਿੱਚ ਹਰਨਾਕਸ਼ ਨੇ ਲਾਲ ਕਰ ਲਏ। ਸ਼ੁਕਰ ਸੁਤਨ ਸੋ ਬੋਲਿਓ ਬੈਨਾ। ਸ਼ੁਕਰ ਇਹ ਦੈਂਤਾਂ ਦਾ ਗੁਰੂ ਹੈ, ਇਹਨਾਂ ਦੇ ਪੁੱਤਰ ਸਨ ਅੱਗੇ ਸੰਡਾ ਤੇ ਮਰਕਾ। ਉਹਨੂੰ ਕਹਿਣ ਲੱਗਾ, ਤੁਮ ਮਤਹੀਨ ਪਸ਼ ਬਿਬਲੀਨਾ। ਕਹਿੰਦੇ ਤੁਸੀਂ ਮੰਦੀ ਮਤ ਵਾਲੇ ਹੋ। ਇਹਨਾਂ ਨੂੰ ਗੁੱਸੇ ਵਿੱਚ ਆ ਕੇ ਕਹਿੰਦਾ ਹੈ ਜਿਹੜੇ ਪੜਾਉਣ ਵਾਲੇ ਸਨ ਕਿ ਤੁਸੀਂ ਤਾਂ ਹੋਰ ਹੀ ਜਿਹੜਾ ਪੱਖ ਮੇਰੇ ਪੁੱਤਰ ਨੂੰ ਸਿਖਾ ਦਿੱਤਾ ਹੈ। ਸੁਤੈ ਕੋ ਪਾਠ ਪੜ੍ਹਾਏ ਮਲੀਨਾ। ਮੇਰੇ ਪੁੱਤਰ ਨੂੰ ਤੁਸੀਂ ਮਾੜਾ ਪਾਠ, ਮਾੜੀ ਪੜ੍ਹਾਈ, ਮਾੜੀ ਸਿੱਖਿਆ ਦੇ ਦਿੱਤੀ ਹੈ। ਮੋਰ ਨਰਾਦਰ ਕੀਨ ਅਭਾਗੇ। ਐ ਖੋਟੇ ਭਾਗਾਂ ਵਾਲਿਓ, ਮਾੜਿਓ, ਮੇਰਾ ਤੁਸੀਂ ਮੇਰੀ ਸਭਾ ਦੇ ਵਿੱਚ ਨਰਾਦਰ ਕਰਾਇਆ ਹੈ। ਸਿੱਖਿਆ ਔਰ ਦੇਨ ਤੁਮ ਲਾਗੇ। ਹੋਰ ਹੀ ਸਿੱਖਿਆ ਮੇਰੇ ਪੁੱਤਰ ਨੂੰ ਤੁਸੀਂ ਦੇਣ ਲੱਗ ਪਏ ਹੋ। ਪੰਚਕ ਬੇਖ ਬਣਾਇਓ ਜਾਨਾ। ਤੁਸੀਂ ਤਾਂ ਮੈਨੂੰ ਲੱਗਦਾ ਠੱਗਾਂ ਵਾਲਾ ਭੇਖ ਬਣਾਇਆ ਹੈ ਕਿ ਮੇਰੇ ਕੋਲੋਂ ਚੰਗੇ ਪੈਸੇ, ਚੰਗਾ ਧਨ ਲੈਨੇ ਹੋ
ਤੇ ਮੇਰੇ ਪੁੱਤਰ ਨੂੰ ਹੋਰ ਹੀ ਪੜ੍ਹਾਈ ਜਾਂਦੇ ਹੋ, ਤੁਸੀਂ ਵੱਡੇ ਠੱਗ ਹੋ। ਛਪੈ ਨਹੀਂ ਮੈਂ ਆਜ ਲਖਾਨਾ, ਅੱਜ ਤੁਹਾਡਾ ਪਾਜ ਉਗੜ ਕੇ ਸਾਹਮਣੇ ਆਇਆ ਤੇ ਇਹਦੇ ਵਿੱਚ ਕੁਝ ਲੁਕਿਆ ਨਹੀਂ ਹੈ। ਜਿਜ ਮੈਂ ਤੁਮ ਸੋ ਨੀਚ ਨਾ ਕੋਈ, ਤੇ ਮੈਂ ਦੇਖਿਆ ਹੈ ਕਿ ਤੁਹਾਡੇ ਤੋਂ ਨੀਵਾਂ ਹੋਰ ਕੋਈ ਨਹੀਂ ਹੈ। ਜਿਨ ਕੀ ਬੁੱਧ ਵਿਪਰਜੈ ਹੋਈ, ਜਿਨ੍ਹਾਂ ਦੀ ਖੋਟੀ ਮੱਤ ਜਿਹੜੀ ਮਾਰੀ ਗਈ ਹੈ। ਸੰਡੇ ਮਰ ਕੇ ਬਚਨ ਸਰੋਸਾ, ਜਦੋਂ ਹਰਨਾਕਸ਼ ਨੂੰ ਗੁੱਸੇ ਵਿੱਚ ਦੇਖਿਆ ਸੰਡੇ ਅਤੇ ਮਰਕੇ ਨੇ, ਉਹ ਅੱਗੋਂ ਕਹਿਣ ਲੱਗੇ, ਸੁਣ ਕਰ ਬੋਲੇ ਹਮ ਨਹਿ ਦੋਸ਼ਾ। ਸੁਣ ਕੇ ਨਾ ਹਰਨਾਕਸ਼ ਦੀ ਗੱਲ ਤੇ ਸੰਡਾ ਤੇ ਮਰਕਾ ਅੱਗੋਂ ਕਹਿਣ ਲੱਗੇ, ਸਾਡੀ ਗੱਲ ਸੁਣੋ ਤਾਂ ਸਹੀ, ਸਾਡਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ, ਸਾਡਾ ਇਸ ਵਿੱਚ ਕੋਈ ਕਸੂਰ ਨਹੀਂ ਹੈ। ਇਸ ਪ੍ਰਕਾਰ ਕੋ ਹਮ ਨਾ ਪੜਾਵਾ, ਅਸੀਂ ਕਦੋਂ ਇਹਨੂੰ ਇਸ ਤਰ੍ਹਾਂ ਦੀ ਪੜ੍ਹਾਈ ਹੈ। ਅਪਰ ਨ ਕੋ ਆਣ ਸਿਖਾਵਾ, ਤੇ ਨਾ ਹੀ ਸਾਡੀ ਪਾਠਸ਼ਾਲਾ ਵਿੱਚ ਕੋਈ ਆ ਕੇ ਹੋਰ ਪੜ੍ਹਾਈ ਪੜਾਉਂਦਾ ਹੈ। ਇਹ ਵੀ ਨਹੀਂ ਕਿ ਕਿਤੇ ਕੋਈ ਬਾਹਰੋਂ ਆ ਕੇ ਤੁਹਾਡੇ ਪੁੱਤਰ ਪ੍ਰਹਿਲਾਦ ਨੂੰ ਪੜ੍ਹਾ ਗਿਆ ਹੋਵੇ ਤੇ ਜਾਂ ਕੋਈ ਹੋਰ ਇਹਨਾਂ ਦੀ ਕੋਈ ਆ ਕੇ ਇਹਨਾਂ ਦੀ ਸੰਗਤ ਕਰਦਾ ਹੋਵੇ। ਅਸੀਂ ਆਪ ਇਹਨਾਂ ਨੂੰ ਪੜ੍ਹਾਉਂਦੇ ਹਾਂ ਤੇ ਅਸੀਂ ਤਾਂ ਇਹਨੂੰ ਪੜ੍ਹਾਈ ਨਹੀਂ ਹੈ। ਸਹਿਜ ਸੁਭਾਇਕ ਤਵ ਸੁਤਿਆ ਸੀ, ਹੁਣ ਹਰਨਾਕਸ਼ ਤੇਰਾ ਪੁੱਤਰ ਸਹਿਜ ਸੁਭਾਅ ਹੀ ਇਹ ਸਾਰੀਆਂ ਗੱਲਾਂ ਕਰਦਾ ਹੈ, ਸੁੱਤੇ ਸੇਧੀ। ਲੀਨੀ ਕੁਮਤ ਬਖਤ ਅਬ ਜੈਸੇ, ਸਾਨੂੰ ਪਤਾ ਨਹੀਂ ਕਿ ਭੈੜੀ ਮੱਤ ਕਿਹਦੇ ਕੋਲੋਂ ਇਹਨੇ ਲਈ ਹੈ। ਹਮ ਪਰ ਰੋਖ ਬਾਦ ਕਿਮ ਕੀਨੋ, ਤੇ ਸਾਡੇ ਨਾਲ ਤੂੰ ਕਿਉਂ ਝਗੜਾ ਕਰਦਾ ਹੈ, ਸਾਡੇ ਤੇ ਕਿਉਂ ਤੂੰ ਨਾਰਾਜ਼ ਹੁੰਨਾ ਹੈ। ਨਿਜ ਸੁਤ ਦੋਖ ਹਿਰਦੇ ਤੁਮ ਚੀਨੋ, ਆਪਣੇ ਪੁੱਤਰ ਦਾ ਦੋਸ਼ ਆਪਣੇ ਮਨ ਵਿੱਚ ਜਾਣ। ਹਿਰਨ ਕਸ਼ਪ ਮੁਝ ਔਰ ਨਿਹਾਰਾ, ਭਗਤ ਪ੍ਰਹਿਲਾਦ ਜੀ ਕਹਿੰਦੇ ਸੰਡੇ ਅਤੇ ਮਰਕੇ ਤੋਂ ਸੁਣ ਕੇ ਨਾ, ਪਹਿਲਾਂ ਤੇ ਉਹਨਾਂ ਨੂੰ ਗੁੱਸੇ ਵਿੱਚ ਆ ਕੇ ਪਿਆ, ਅੱਗੋਂ ਉਹਨਾਂ ਨੇ ਉੱਤਰ ਦਿੱਤਾ ਕਿ ਸਾਡਾ ਇਹਦੇ 'ਚ ਕੋਈ ਕਸੂਰ ਨਹੀਂ ਹੈ, ਕਿ ਅਸੀਂ ਤਾਂ ਇਹਨੂੰ ਇਹ ਪੜ੍ਹਾਈ ਨਹੀਂ, ਤੇ ਪਤਾ ਨਹੀਂ ਕਿਹਦੇ ਕੋਲੋਂ ਇਹ ਖੋਟੀ ਮੱਤ ਇਹਨੇ ਲਈ ਹੈ। ਕਹਿੰਦੇ ਗੱਲ ਸੁਣ ਕੇ ਤੇ ਹਰਨਾਕਸ਼ ਜਦੋਂ ਮੇਰਾ ਪਿਤਾ ਮੇਰੇ ਵੱਲ ਵੇਖਣ ਲੱਗਾ, ਮੁਖ ਸੋ ਐਸੇ ਬਚਨ ਉਚਾਰਾ, ਆਪਣੇ ਮੂੰਹੋਂ ਗੁੱਸੇ ਵਿੱਚ ਆ ਕੇ ਇਸ ਤਰ੍ਹਾਂ ਕਿਹਾ, ਹੇ ਸੁਤ ਗੁਰ ਨਹਿ ਤੋਹੇ ਪੜ੍ਹਾਈ, ਐ ਪੁੱਤਰ ਦੱਸ, ਹੇ ਸੁਤ ਗੁਰ ਨਹਿ ਤੋਹੇ ਪੜ੍ਹਾਈ। ਇਹ ਜਿਹੜੀ ਪੜ੍ਹਾਈ ਹੈ ਜਿਹੜੀ ਤੂੰ ਆ ਕੇ ਸੁਣਾ ਰਿਹਾ ਹੈ, ਇਹ ਤਾਂ ਤੇਰੇ ਗੁਰੂ ਨੇ ਤੈਨੂੰ ਪੜ੍ਹਾਈ ਨਹੀਂ ਹੈ। ਕਿਹ ਖੋਟੀ ਮਤ ਦੀਨ ਸਿਖਾਈ, ਸੱਚੋ ਸੱਚ ਦੱਸੇ ਖੋਟੀ ਮਤ ਤੈਨੂੰ ਕਿਹਨੇ ਦੱਸੀ ਹੈ। ਸੁਨ ਮੈਂ ਪਿਤ ਸੋ ਬਚਨ ਬਖਾਨਾ, ਪ੍ਰਹਿਲਾਦ ਜੀ ਕਹਿੰਦੇ ਮੈਂ ਪਿਤਾ ਤੋਂ ਸੁਣ ਕੇ ਇਸ ਤਰ੍ਹਾਂ ਉੱਤਰ ਦਿੱਤਾ, ਵਜੋ ਤਾਤ ਸੰਤਾਪ ਮਹਾਨਾ। ਐ ਪਿਤਾ ਜੀ ਕਿਉਂ ਗੁੱਸੇ ਵਿੱਚ ਆ ਰਹੇ ਹੋ, ਕਿਉਂ ਕ੍ਰੋਧੀ ਹੋ ਰਹੇ ਹੋ, ਆਪਣਾ ਗੁੱਸਾ ਤਿਆਗ ਦਓ। ਵਿਖਿਆ ਵਾਸ਼ਨਾ ਬਸ ਨਰ ਜੋ, ਜਿਹੜੇ ਮਨੁੱਖ ਵਿਸ਼ਿਆਂ ਦੀ ਵਾਸ਼ਨਾ ਵਿੱਚ ਫਸੇ ਹੋਏ ਨੇ, ਦਈ ਸਮਤ ਨੈ ਮਾਨਤ ਸੋ, ਉਹ ਦਿੱਤੀ ਹੋਈ ਮਤ ਨੂੰ ਵੀ ਨਹੀਂ ਮੰਨਦੇ। ਕੋਟ ਭਾਂਤ ਸਮਝਾਏ ਜਿਤਾਸੂ, ਭਾਵੇਂ ਉਹਨਾਂ ਨੂੰ ਕੋਈ ਕਰੋੜਾਂ ਯਤਨਾਂ ਦੇ ਨਾਲ ਵੀ ਸਮਝਾਉਣਾ ਚਾਹੇ, ਬੇਮੁਖ ਹਿਰਦੇ ਨਾ ਆਨਹਿ ਕਾਸੂ। ਜਿਨ੍ਹਾਂ ਦੇ ਹਿਰਦੇ ਪ੍ਰਭੂ ਭਗਤੀ ਤੋਂ ਬੇਮੁਖ ਹੋਏ ਪਏ ਨੇ, ਉਹਨਾਂ ਨੂੰ ਭਾਵੇਂ ਜਿੰਨੇ ਮਰਜ਼ੀ ਯਤਨਾਂ ਦੇ ਨਾਲ ਸਮਝਾਇਆ ਜਾਵੇ, ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਮਾਨ ਸਰੋਵਰ ਬਾਸ ਸੁਖਾਰਾ, ਤੇ ਇਹ ਜਿਹੜਾ ਹੈ ਸੰਸਾਰੀ ਮਾਨ ਸਰੋਵਰ ਦੀ ਨਿਆਈ ਹੈ। ਕਰਨੋ ਮੁਕਤਾ ਕੀਰ ਆਹਾਰਾ, ਤੇ ਜਿਹੜਾ ਮਾਨ ਸਰੋਵਰ ਹੈ ਉਹਦੇ ਵਿੱਚ ਮੋਤੀ ਜਿਹੜੇ ਭੋਜਨ ਹੁੰਦੇ ਨੇ, ਬਾਇਸ ਸੀਖ ਨਾ ਮੰਨਹਿ ਕਬਹੀ। ਪਰ ਜਿਹੜੇ ਕਾਂ ਹੁੰਦੇ ਨੇ ਉਹ ਇਹ ਸਿੱਖਿਆ ਨੂੰ ਨਹੀਂ ਮੰਨਦੇ। ਜੇ ਉੱਤਮ ਗੁਣ ਹੋਵੇ ਸਭ ਹੀ, ਤੇ ਜੇ ਭਾਵੇਂ ਉੱਤਮ ਗੁਣ ਵੀ ਕਿਉਂ ਨਾ ਹੋਣ ਮਾਨ ਸਰੋਵਰ ਵਿੱਚ, ਭਾਵੇਂ ਕਿੰਨੇ ਵੀ ਮੋਤੀ ਕਿਉਂ ਨਾ ਭਰੇ ਹੋਣ, ਤਾਂ ਕੀ ਰਤ ਦੁਰਗੰਧਹਿ ਮਾਹੀ। ਪਰ ਜਿਹੜੇ ਕਾਂ ਹੁੰਦੇ ਨੇ ਨਾ, ਉਹਨਾਂ ਦਾ ਪਿਆਰ ਜਿਹੜਾ ਹੈ ਉਹ ਦੁਰਗੰਧੀ ਵਿੱਚ ਹੀ ਹੁੰਦਾ ਹੈ। ਉਹ ਤਾਂ ਭਾਲਦੇ ਨੇ ਕਿੱਥੇ ਦੁਰਗੰਧੀ ਮਿਲੇ, ਕਿੱਥੇ ਮੱਛੀਆਂ ਮਿਲਣ, ਕਿੱਥੇ ਡੱਡੂ ਮਿਲਣ। ਹੁਣ ਕਾਵਾਂ ਨੂੰ ਮਾਨ ਸਰੋਵਰ ਤੇ ਲਿਆ ਕੇ ਬਿਠਾ ਦਈਏ ਤੇ ਕਾਵਾਂ ਦਾ ਤੇ ਉੱਥੇ ਭੋਜਨ ਹੈ ਨਹੀਂ। ਜਿੰਨਾ ਮਰਜ਼ੀ ਦਸੀਏ ਕਿ ਮਾਨ ਸਰੋਵਰ ਵਿੱਚ ਸੁੱਚੇ ਮੋਤੀ ਨੇ, ਮੋਤੀਆਂ ਨਾਲੇ ਮਾਨ ਸਰੋਵਰ ਭਰਿਆ, ਇੱਥੇ ਬੈਠੋ ਇਹ ਸ਼ੋਭਾ ਪਾਵੋਗੇ, ਪਰ ਕਾਂ ਕਦੇ ਕਿਸੇ ਦੀ ਸਿੱਖਿਆ ਸੁਣਨ ਨੂੰ ਤਿਆਰ ਨਹੀਂ ਹੁੰਦੇ। ਇਸੇ ਤਰ੍ਹਾਂ ਪ੍ਰਭੂ ਦਾ ਨਾਮ, ਪ੍ਰਭੂ ਦੀ ਭਗਤੀ ਜਿਹੜੀ ਹੈ ਉਹ ਪਰਮਾਤਮਾ ਹੈ ਮਾਨ ਸਰੋਵਰ ਦੀ ਤਰ੍ਹਾਂ, ਤੇ ਉਹਦਾ ਨਾਮ ਹੈ ਮੋਤੀਆਂ ਦੀ ਤਰ੍ਹਾਂ। ਤੇ ਜਿਹੜੇ ਨਾਮ ਜਪਣ ਵਾਲੇ ਨੇ ਨਾ, ਉਹ ਹੰਸ ਹਨ, ਤੇ ਹੰਸ ਜਿਹੜੇ ਨੇ ਉਹ ਆ ਕਰਕੇ ਸੁੱਚੇ ਮੋਤੀ ਖਾਂਦੇ ਨੇ। ਤੇ ਜਿਹੜੇ ਕਾਂ ਜਿਹੜੇ ਨੇ, ਜਿਹੜੇ ਲੋਕ ਵਿਕਾਰਾਂ ਦੇ ਨਾਲ ਜਿਨ੍ਹਾਂ ਦੇ ਮੂੰਹ ਭਰੇ ਨੇ, ਜਿਨ੍ਹਾਂ ਦੇ ਮੂੰਹ ਦੇ ਵਿੱਚ ਸਿੱਧੀ ਗੱਲ ਕਿ ਵਿਸ਼ਿਆਂ ਦੇ ਡੱਕੇ ਫਸੇ ਹੋਏ ਨੇ, ਜਿਸ ਤਰ੍ਹਾਂ ਕੀੜੀਆਂ ਦੇ ਮੁਖ ਦੇ ਵਿੱਚ ਉਹ ਲਿੱਦ ਦੇ ਡੱਕੇ ਫਸੇ ਸਨ ਤੇ ਮਿਸ਼ਰੀ ਦੇ ਪਹਾੜ ਤੇ ਜਾ ਕੇ ਸਵਾਦ ਹੀ ਨਹੀਂ ਸੀ ਆਇਆ, ਇਸੇ ਤਰ੍ਹਾਂ ਵਿਕਾਰਾਂ ਦੇ ਡੱਕੇ ਜਿਹੜੇ ਨੇ ਉਹ ਮੂੰਹ ਦੇ ਵਿੱਚ ਵਾਸ਼ਨਾ ਦੇ ਫਸੇ ਹੋਏ ਨੇ, ਤੇ ਹੁਣ ਨਾਮ ਵਿੱਚੋਂ ਰਸ ਇਹਨਾਂ ਨੂੰ ਆਵੇ ਕਿਸ ਤਰ੍ਹਾਂ। ਪ੍ਰਹਿਲਾਦ ਜੀ ਕਹਿੰਦੇ ਮੈਂ ਆਪਣੇ ਪਿਤਾ ਨੂੰ ਸਮਝਾਇਆ ਕਿ ਮਾਨ ਸਰੋਵਰ ਤੇ ਜਾ ਕੇ ਭਾਵੇਂ ਕਿੰਨੇ ਵੀ ਗੁਣ ਕਿਉਂ ਨਾ ਦੱਸੇ ਜਾਣ,
ਪਰ ਜਿਹੜੇ ਕਾਂ ਹਨ ਉਹ ਦੁਰਗੰਧੀ ਨਾਲ ਹੀ ਪਿਆਰ ਕਰਦੇ ਨੇ। ਕਿਉ ਸਠ ਭਗਤ ਸੀਖ ਲੈ ਨਾਹੀ। ਇਸ ਤਰ੍ਹਾਂ ਜਿਹੜੇ ਮੂਰਖ ਲੋਕ ਹੁੰਦੇ ਨੇ, ਕਾਂ ਜਿਸ ਤਰ੍ਹਾਂ ਸਮਝਦਾ ਨਹੀਂ ਮਾਨ ਸਰੋਵਰ ਦੀ ਮਹਿਮਾ ਨੂੰ, ਇਸੇ ਤਰ੍ਹਾਂ ਮੂਰਖ ਜਿਹੜੇ ਲੋਕ ਨੇ ਉਹ ਭਗਤਾਂ ਦੀ ਸਿੱਖਿਆ ਨੂੰ ਨਹੀਂ ਜੇ ਸਮਝਦੇ। ਤਾਂ ਹੀ ਭਗਤ ਜੀ ਕਹਿੰਦੇ ਨੇ ਫਿਰ ਕੀ ਉਹ ਆਪਾਂ ਨੂੰ ਪਈ ਹੈ, ਜਦੋਂ ਭਗਤਾਂ ਦਾ ਕਿਹਾ ਮੰਨਣਾ ਹੀ ਨਹੀਂ, ਫਿਰ ਹੁਣ ਆਪਣਾ ਕੀਤਾ ਭੁਗਤ, ਜੋ ਤੂੰ ਕਰਮ ਕੀਤੇ ਨੇ ਉਹਨਾਂ ਦਾ ਫਲ ਤੇ ਤੈਨੂੰ ਮਿਲ ਹੀ ਰਿਹਾ ਤੇ ਗਾਂ ਹੋਰ ਮਿਲੇਗਾ। ਇਸ ਕਰਕੇ ਜਿਹੜੇ ਮੂਰਖ ਨੇ ਉਹ ਭਗਤਾਂ ਦੀ ਗੱਲ ਸਿੱਖਿਆ ਕਿੱਥੇ ਸਮਝਦੇ ਹਨ। ਬੰਧਨ ਪਰੇ ਜਗਤ ਕੇ ਭਾਰੀ। ਉਹਨਾਂ ਦੇ ਪੈਰਾਂ ਦੇ ਵਿੱਚ ਜਗਤ ਦੇ ਭਾਰੀ ਬੰਧਨ ਪਏ ਰਹਿੰਦੇ ਨੇ। ਛੂਟਣ ਏਕ ਉਪਾਏ ਵਿਚਾਰੀ। ਇਹਨਾਂ ਬੰਧਨਾਂ ਤੋਂ ਛੁੱਟਣ ਵਾਸਤੇ ਇੱਕ ਵੀ ਉਪਾਅ ਨਹੀਂ ਵਿਚਾਰਦੇ। ਜਦੋਂ ਭਗਤ ਜਨ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਸਿੱਖਿਆ ਦਿੰਦੇ ਕਿ ਨਾਮ ਜਪ ਕੇ ਬੰਧਨ ਛੁੱਟ ਜਾਣਗੇ, ਬੰਧਨਾਂ ਤੋਂ ਮੁਕਤ ਹੋ ਜਾਵੋਗੇ, ਤੁਹਾਡੀ ਕਲਿਆਣ ਹੋਵੇਗੀ। ਪਰ ਜਿਨ੍ਹਾਂ ਦੇ ਮਨ ਵਿਸ਼ਿਆਂ ਦੀ ਵਾਸ਼ਨਾ ਵਿੱਚ ਫਸੇ ਨੇ ਉਹ ਸਿੱਖਿਆ ਲੈਣ ਨੂੰ ਤਿਆਰ ਹੀ ਨਹੀਂ ਹੁੰਦੇ। ਉਹ ਕਦੇ ਵੀ ਇਹ ਯਤਨ ਨਹੀਂ ਕਰਦੇ ਕਿ ਸਾਡਾ ਕੋਈ ਬੰਧਨ ਟੁੱਟ ਜਾਵੇ, ਅਸੀਂ ਬੰਧਨਾਂ ਤੋਂ ਮੁਕਤ ਹੋ ਜਾਈਏ। ਸੁਣ ਧਾਰੈ ਸਤਿਗੁਰ ਉਪਦੇਸ਼ਾ। ਤੇ ਨਾ ਹੀ ਸੁਣ ਕੇ ਸਤਿਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਦੇ ਹਨ। ਬਾਹੁਰ ਨ ਰਹਿ ਦੁਖ ਕੋ ਲੇਸਾ। ਤੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਆਪਣੇ ਹਿਰਦੇ ਵਿੱਚ ਧਾਰਿਆ ਹੈ ਨਾ, ਧਾਰਨ ਕੀਤਾ ਹੈ, ਉਹਨਾਂ ਦੇ ਅੰਦਰ ਫਿਰ ਕੋਈ ਵੀ ਦੁੱਖ ਨਹੀਂ ਰਹਿ ਜਾਂਦਾ। ਧਨ ਅਰਥੀ ਜੇ ਗੁਰ ਜਗ ਮਾਹੀ। ਪਰ ਜਿਨ੍ਹਾਂ ਦਾ ਧਨ ਦੇ ਨਾਲ ਹੀ ਪਿਆਰ ਹੈ, ਧਨ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ। ਬੰਦੇ ਦੀ ਪੂਜਾ ਪ੍ਰਤਿਸ਼ਠਾ, ਬੰਦੇ ਦਾ ਹੰਕਾਰ, ਧਨ ਦੌਲਤ, ਅਹੁਦੇ, ਜਾਇਦਾਦਾਂ, ਇਹ ਸਾਰਾ ਕੁਝ ਧਨ 'ਚ ਹੀ ਆਉਂਦਾ ਹੈ। ਜਿਨ੍ਹਾਂ ਨੇ ਇਸ ਨੂੰ ਆਪਣਾ ਗੁਰੂ ਕੀਤਾ ਹੈ, ਆਤਮ ਗਿਆਨ ਹਿਰਦੇ ਮੈਂ ਨਾਹੀ। ਉਹਨਾਂ ਦੇ ਹਿਰਦੇ ਵਿੱਚ ਆਤਮਾ ਦਾ ਗਿਆਨ ਨਹੀਂ ਹੁੰਦਾ। ਤਿਨ ਤੇ ਪੰਥ ਨ ਸੂਝੇ ਕੈਸੀ। ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਰਸਤਾ ਲੱਭਦਾ ਹੈ ਅੱਗੇ ਪਰਲੋਕ ਦਾ। ਅੰਧਾ ਆਗੂ ਅੰਧਨ ਜੈਸੀ। ਤੇ ਜਿਹੜਾ ਅੰਧਾ ਆਗੂ ਹੈ ਨਾ, ਉਹ ਅੰਨਿਆਂ ਵਰਗਾ ਹੀ ਹੁੰਦਾ ਹੈ। ਉਹਦੇ ਪਿੱਛੇ ਭਾਵੇਂ ਕਿੰਨਾ ਵੀ ਇਕੱਠ ਕਿਉਂ ਨਾ ਹੋਵੇ, ਤੇ ਇਕੱਠ ਦੇ ਕੇ ਇਹ ਨਹੀਂ ਕਹਿ ਸਕਦੇ ਕਿ ਗੁਰੂ ਬੜਾ ਸੁਜਾਖਾ ਹੈ। ਜਿੰਨੇ ਅੰਨਾ ਹੈ ਉਹਨੇ ਅੰਨਾ ਹੀ ਰਹਿਣਾ ਹੈ। ਜਾਵਤ ਗਿਰਸੋ ਗਰਤ ਮਝਾਰੀ। ਤੇ ਜਿਹੜਾ ਅੰਨਾ ਹੈ ਨਾ, ਉਹ ਪਹਾੜ ਵੱਲ ਜਾਂਦਾ ਹੈ ਪਰ ਡਿੱਗਦਾ ਉਹ ਟੋਏ ਵਿੱਚ ਹੈ। ਇਸੇ ਤਰ੍ਹਾਂ ਗੁਰੂ ਜੀ ਦਾ ਬਚਨ ਬਾਣੀ ਅੰਦਰ ਪੜ੍ਹਦੇ ਹਨ ਕਿ ਜੇ ਗੁਰੂ ਅੰਨਾ ਹੈ ਤੇ ਉਹਨਾਂ ਦੇ ਚੇਲੇ ਵੀ ਜਿਹੜੇ ਨੇ ਉਹਨੇ ਕੰਮ ਹੀ ਕਰਦੇ ਹਨ। ਤੇ ਮਸਕੀਨ ਸਾਹਿਬ ਬੜਾ ਸੋਹਣਾ ਬਚਨ ਸੁਣਾਉਂਦੇ ਹੁੰਦੇ ਸੀ, ਕਹਿੰਦੇ ਜਿਹੜੀ ਅੰਨੀ ਸ਼ਰਧਾ ਹੈ, ਜੇ ਪੂਰੇ ਗੁਰੂ ਤੇ ਧਰੀਏ ਤੇ ਤਾਂ ਵੀ ਪਾਰ ਉਤਾਰਾ ਹੋ ਜਾਂਦਾ ਹੈ। ਪਰ ਜੇ ਅੰਨੇ ਉੱਤੇ ਅੰਨੀ ਸ਼ਰਧਾ ਧਰੋਗੇ, ਹੁਣ ਇਹਨੇ ਜ਼ਿਆਦਾ ਦੇ ਤਾਰੀ ਡੰਮ ਗੁਰੂ ਬਣ ਕੇ ਬੈਠੇ ਨੇ। ਰੋਜ਼ਾਨਾ ਆਪਾਂ ਗੁਰੂ ਦੀ ਬਾਣੀ ਦੀ ਕਥਾ ਸਰਵਣ ਕਰਦੇ ਹਾਂ ਕਿ ਜੇ ਅੰਨੇ ਪਿੱਛੇ ਤੁਰਾਂਗੇ ਤੇ ਉਹ ਤਾਂ ਉਹ ਡੁੱਬਣ ਗਈ ਤੇ ਤੁਰਨ ਵਾਲੇ ਵੀ ਡੁੱਬਣਗੇ। ਪਰ ਉਹ ਅੰਨਿਆਂ ਤੇ ਅੰਨੀ ਸ਼ਰਧਾ ਰੱਖ ਕੇ ਬੈਠੇ ਨੇ, ਪਾਰ ਉਤਾਰਾ ਕਿਸ ਤਰ੍ਹਾਂ ਹੋਵੇਗਾ। ਕਹਿੰਦੇ ਜਿਹੜਾ ਅੰਨਾ ਗੁਰੂ ਹੁੰਦਾ ਏ ਪਹਾੜ ਵੱਲ ਜਾਣ ਦਾ ਯਤਨ ਕਰਦਾ ਹੈ, ਕਿਉਂਕਿ ਬਹੁਤੇ ਲੋਕਾਂ ਦਾ ਇਕੱਠ ਹੁੰਦਾ ਹੈ ਤੇ ਪਹਾੜ ਵਾਂਗੂ ਹੰਕਾਰ ਦੇ ਵਿੱਚ ਫੁੱਲ ਜਾਂਦਾ ਹੈ, ਪਰ ਅਖੀਰ ਉਹ ਡਿੱਗਦਾ ਟੋਏ ਵਿੱਚ ਹੀ ਹੈ। ਜੋ ਤੇ ਪਾਸ਼ਾ ਗ੍ਰਹਿ ਸੰਗਾਰੀ। ਜਿਹੜੇ ਸੰਗੀ ਉਸ ਅੰਨੇ ਗੁਰੂ ਦੇ ਪਿੱਛੇ ਤੁਰਨ ਵਾਲੇ ਹਨ, ਹੇ ਪਿਤ ਕਿਉ ਨਾ ਭਜੈ ਪ੍ਰਭ ਚਰਨਾ। ਉਹ ਵੀ ਟੋਏ ਵਿੱਚ ਹੀ ਡਿੱਗਦੇ ਨੇ। ਇਸ ਕਰਕੇ ਪਿਤਾ, ਕਿਉਂ ਨਹੀਂ ਪ੍ਰਭੂ ਦੇ ਚਰਨਾਂ ਦੇ ਨਾਲ ਤੂੰ ਜੁੜਦਾ, ਉਹਦੀ ਭਗਤੀ ਕਰਦਾ। ਹੋਇਆ ਹੈ ਜਨਮ ਮਰਨ ਕੋ ਹਰਣਾ। ਜੇ ਤੂੰ ਪ੍ਰਭੂ ਦੀ ਭਗਤੀ ਕਰੇਗਾ ਤੇਰਾ ਜਨਮ ਮਰਨ ਕੱਟਿਆ ਜਾਵੇਗਾ। ਕਰ ਸਤਸੰਗ ਸਰਸ ਸੁਰ ਤੈਨੂੰ। ਤੇ ਜਿਸ ਪ੍ਰਭੂ ਦੇ ਨਾਮ ਦੀ ਸੰਗਤ ਕਰਕੇ ਹੀ, ਕਰ ਸਤ ਸੰਗ ਸਰਸ ਸੁਰ ਤੈਨੂੰ, ਉਹਦੀ ਸੰਗਤ ਕਰਕੇ, ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਜਿਹੜੀ ਸੰਗਤ ਹੈ ਨਾ, ਉਹ ਕਾਮ ਧੇਨ ਗਾਂ ਦੇ ਸਦਰਸ਼ ਹੈ। ਇਹ ਇੱਕ ਦੇਵਤਿਆਂ ਦੀ ਗਾਂ ਕਲਪਤ ਕੀਤੀ ਗਈ ਹੈ, ਜਿਹੜੀ ਸਵਰਗ ਦੇ ਵਿੱਚ ਰਹਿਣ ਵਾਲੀ ਗਊ ਮੰਨੀ ਹੈ। ਕਾਮ ਧੇਨ ਗਾਂ, ਜਿਹਦੇ ਅੱਗੇ ਜੋ ਵੀ ਮੰਗਦੇ ਹਨ ਉਹ ਮਿਲਦਾ ਹੈ, ਪਰ ਮੁਕਤੀ ਇਹ ਕਿਸੇ ਨੂੰ ਦੇ ਨਹੀਂ ਸਕਦੀ। ਪਰ ਪ੍ਰਭੂ ਦਾ ਨਾਮ ਕੇਵਲ ਦ੍ਰਿਸ਼ਟਾਂਤ ਹੀ ਹੈ ਕਿ ਨਾਮ ਕਾਮ ਧੇਨ ਗਊ ਵਰਗਾ ਹੈ, ਪਰ ਕਾਮ ਧੇਨ ਗਊ ਸਭ ਕੁਝ ਦੇਵੇਗੀ, ਮੁਕਤੀ ਨਹੀਂ ਦੇ ਸਕਦੀ। ਪਰ ਨਾਮ ਜਿਹੜਾ ਹੈ ਉਹ ਜਨਮ ਮਰਨ ਦੇ ਬੰਧਨ ਕੱਟ ਦਿੰਦਾ ਹੈ। ਸਿਰ ਪਰ ਧਰ ਸੰਤਨ ਪਦ ਰੇਨੂ। ਆਪਣੇ ਮੱਥੇ ਦੇ ਉੱਤੇ ਸੰਤਾਂ ਦੀ ਚਰਨ ਧੂੜ ਲਾਉਣੀ ਕਰ। ਤਰ ਜੈ ਹੈ ਪਵ ਸਾਗਰ ਭੂਰੀ। ਤੇ ਇਹ ਸੰਸਾਰ ਸਾਗਰ ਤੋਂ ਤਰ ਜਾਵੇਂਗਾ। ਪਾਏ ਪਰਮਗਤ ਸਭ ਬਿਦਰੂਰੀ। ਹਰ ਤਰ੍ਹਾਂ ਕਰਕੇ ਸੋਹਣੀ ਕਲਿਆਣ ਪ੍ਰਾਪਤ ਕਰ ਲਵੇਂਗਾ। ਦੈਂਤ ਰਾਜ ਸੁਨ ਕ੍ਰੋਧ ਵਿਸ਼ੇਖਾ। ਪਰ ਕਹਿੰਦੇ ਮੇਰੀ ਗੱਲ ਸੁਣ ਕੇ ਨਾ, ਜਿਹੜਾ ਦੈਂਤਾਂ ਦਾ ਰਾਜਾ ਹਰਨਾਕਸ਼ ਸੀ, ਬੜੇ ਗੁੱਸੇ ਵਿੱਚ ਆ ਗਿਆ। ਕੰਪਤ ਤਨ ਪਾ ਆਰੁਣ ਵੇਖਾ। ਗੁੱਸੇ ਵਿੱਚ ਆ ਕੇ ਸਰੀਰ ਕੰਬਣ ਲੱਗਾ। ਕਈ ਵਾਰੀ ਬੰਦਾ ਆਪੋਂ ਬਾਹਰ ਹੋ ਜਾਂਦਾ ਹੈ ਗੁੱਸੇ ਵਿੱਚ ਆ ਕੇ,
ਸਰੀਰ ਉਹਦਾ ਕੰਬਣ ਲੱਗਾ। ਆਰ ਉਹਨੂੰ ਵੇਖਾ, ਕ੍ਰੋਧ ਵਿੱਚ ਆ ਕੇ ਉਹਨੇ ਆਪਣਾ ਮੂੰਹ ਲਾਲ ਕਰ ਲਿਆ। ਤਿਰਛੇ ਕੀਨ ਭਿਆਨਕ ਨੈਨਾ, ਭਿਆਨਕ ਨੇਤਰ ਜਿਹੜੇ ਸਨ ਉਹ ਕਰ ਲਏ, ਤਿੱਖੇ ਜਿਹੜੇ ਸਨ ਟੇਢੇ ਕਰਦਾ ਹੈ। ਅਧਿਕ ਗਰਜ ਕੋ ਬੋਲਿਓ ਬੈਨਾ, ਗਰਜ ਕੇ ਮੇਰਾ ਪਿਤਾ ਹਰਨਾਕਸ਼ ਇਸ ਤਰ੍ਹਾਂ ਕਹਿਣ ਲੱਗਾ। ਅੰਤ ਵਿਖੈ ਤੇ ਦੀਨ ਬਗਾਈ, ਆਪਣੀ ਗੋਦ 'ਚ ਬਿਠਾਇਆ ਸੀ ਪ੍ਰਹਿਲਾਦ ਜੀ, ਕਹਿੰਦੇ ਮੈਨੂੰ, ਪਰ ਕਹਿੰਦਾ ਮੇਰਾ ਜਸ ਗਾ, ਮੇਰੀ ਵਾਵਾ ਕਰ ਤੇ ਗੋਦ 'ਚ ਬੈਠ ਕੇ ਆਨੰਦ ਮਾਣ। ਪਰ ਜਦੋਂ ਪ੍ਰਭੂ ਭਗਤੀ ਦੀ ਗੱਲ ਕਰਾਂਗੇ ਫਿਰ ਤਾਂ ਕੰਡਿਆਂ ਦੇ ਰਸਤੇ ਤੇ ਤੁਰਨਾ ਹੀ ਪੈਂਦਾ ਹੈ ਨਾ। ਖੰਨਿਓ ਤਿੱਖੀ ਵਾਲਹੁ ਨਿੱਕੀ ਏਤ ਮਾਰਗ, ਜਾਣਾ ਹੀ ਪੈਂਦਾ ਹੈ। ਕਹਿੰਦੇ ਉਸ ਵੇਲੇ ਪਿਤਾ ਨੇ ਮੈਨੂੰ ਗੋਦ ਚੋਂ ਵਗਾ ਕੇ ਮਾਰਿਆ ਥੱਲੇ। ਗਹਿ ਮਾਰੋ ਇਸ ਕੋਲੇ ਜਾਈ, ਆਪਣੇ ਜਿਹੜੇ ਦੈਂਤ ਸਿਪਾਹੀ ਸਨ ਉਹਨਾਂ ਨੂੰ ਗਰਜਵੀਂ ਆਵਾਜ਼ ਵਿੱਚ ਕਿਹਾ ਕਿ ਜਾਓ, ਇਹ ਪੁੱਤਰ ਪ੍ਰਹਿਲਾਦ ਨੂੰ ਲੈ ਜਾਵੋ ਤੇ ਇਹਨੂੰ ਫੜ ਕੇ ਮਾਰ ਦਓ। ਸੁਤ ਮਮ ਨਹੀਂ ਲਖੋ ਜੋ ਮਨ ਮੈਂ, ਇਹ ਮੈਂ ਮਨ ਵਿੱਚ ਜਾਣ ਗਿਆ ਹਾਂ ਕਿ ਮੇਰਾ ਪੁੱਤਰ ਹੀ ਨਹੀਂ ਹੈ। ਦੀਰਘ ਰੋਗ ਭਇਓ ਇਹ ਤਨ ਮੈਂ, ਇਹ ਤਾਂ ਇਸ ਤਰ੍ਹਾਂ ਵੱਡਾ ਰੋਗ ਮੇਰੇ ਸਰੀਰ ਤੇ ਉਤਪਨ ਹੋਇਆ ਏ। ਤੇ ਸਿਆਣੇ ਕਹਿੰਦੇ ਨੇ ਕਿ ਸਰੀਰ ਦੇ ਉੱਤੇ, ਅੰਗ ਦੇ ਉੱਤੇ ਕੋਈ ਭਿਆਨਕ ਰੋਗ ਹੋ ਜਾਵੇ ਤੇ ਉਹ ਅੰਗ ਨੂੰ ਕੱਟ ਦੇਣਾ ਹੀ ਭਲਾ ਹੈ। ਇਸ ਕਰਕੇ ਪ੍ਰਹਿਲਾਦ ਮੇਰਾ ਪੁੱਤਰ ਹੀ ਨਹੀਂ ਹੈ, ਇਹਨੂੰ ਲੈ ਜਾਵੋ ਤੇ ਜਾ ਕੇ ਇਹਨੂੰ ਖਤਮ ਕਰ ਦਵੋ। ਅੰਗ ਸਰੋਗ ਕਟੇ ਸੁਖ ਹੋਈ, ਤੇ ਜਿਹੜੇ ਸਰੀਰ ਦੇ ਅੰਗ ਦੇ ਉੱਤੇ ਰੋਗ ਹੋ ਜਾਵੇ ਤੇ ਉਹਨੂੰ ਕੱਟਣ ਵਿੱਚ ਹੀ ਭਲਾ ਹੈ। ਅਨਹੋ ਜਾਏ ਅਚਰਜ ਨਹਿ ਕੋਈ, ਜਾਓ ਜਾ ਕੇ ਇਹਨੂੰ ਮਾਰ ਦਓ ਤੇ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਮਮ ਭਰਾਤਾ ਕੋ ਮਾਰਨ ਹਾਰੂ, ਜਿਸ ਨੇ ਮੇਰੇ ਭਰਾ ਨੂੰ ਮਾਰਿਆ ਹੈ ਦੇਹ ਕੋ ਇਹ ਉਪਾਸ਼ਨ ਕਾਰੂ, ਉਸ ਦਾ ਇਹ ਉਪਾਸ਼ਨ ਕਾਰੂ ਹੈ। ਜਿਸ ਵਿਸ਼ਨੂੰ ਨੇ ਮੇਰੇ ਭਰਾ ਦਾ ਵੱਧ ਕੀਤਾ ਹੈ, ਸ਼ੂਕਰ ਦਾ ਅਵਤਾਰ ਧਾਰ ਕੇ, ਉਸ ਦਾ ਇਹ ਉਪਾਸ਼ਕ ਹੈ, ਉਹਦੀ ਭਗਤੀ ਇਹ ਕਰ ਰਿਹਾ ਹੈ। ਨਿਜ ਪਰਿਵਾਰ ਸਰਬ ਕੋ ਤਿਆਗੀ, ਸਾਰੇ ਆਪਣੇ ਪਰਿਵਾਰ ਨੂੰ ਇਹਨੇ ਤਿਆਗ ਦਿੱਤਾ ਹੈ। ਭਇਓ ਬਿਸ਼ਨ ਚਰਨਨ ਅਨੁਰਾਗੀ, ਅਤੇ ਪ੍ਰਭੂ ਦੇ ਚਰਨਾਂ ਦਾ ਇਹ ਪ੍ਰੇਮੀ ਬਣਿਆ ਹੈ। ਜੋ ਨਿਜ ਸੁਤ ਪਰ ਹਿਤ ਕੋ ਚਾਹੀ, ਜਿਹੜਾ ਪੁੱਤਰ ਪਰਾਏ ਦੇ ਭਲੇ ਨੂੰ ਚਾਹੇ, ਸੋ ਰਿਪ ਸਮ ਲਖੀਏ ਮਨ ਮਾਹੀ, ਉਸ ਪੁੱਤਰ ਨੂੰ ਵੈਰੀ ਦੇ ਸਮਾਨ ਜਾਣਨਾ ਚਾਹੀਦਾ ਹੈ। ਜੋ ਪਰ ਸੁਤ ਆਪਣੋ ਹਿਤਕਾਰੀ, ਜੇ ਕਿਸੇ ਪਰਾਏ ਦਾ ਪੁੱਤਰ ਸਾਡਾ ਭਲਾ ਚਾਹੁੰਦਾ ਹੋਵੇ, ਪੁੱਤਰ ਸਮਾਨ ਜੇ ਸੁਖ ਭਾਰੀ, ਉਹ ਪੁੱਤਰ ਸਮਾਨ ਹੁੰਦਾ ਹੈ ਤੇ ਉਹਨੂੰ ਭਾਰੀ ਸੁੱਖ ਦੇਣਾ ਚਾਹੀਦਾ ਹੈ। ਇਸ ਪ੍ਰਕਾਰ ਸਮਝੋ ਮਨ ਮਾਹੀ, ਕਹਿੰਦਾ ਇਸ ਤਰ੍ਹਾਂ ਸਾਰੇ ਆਪਣੇ ਮਨ ਵਿੱਚ ਸਮਝੋ। ਮਾਰੋ ਬੇਗ ਪੁੱਤਰ ਮਮ ਨਾਹੀ, ਜਾਓ ਇਹਨੂੰ ਲੈ ਜਾਓ ਤੇ ਪ੍ਰਹਿਲਾਦ ਮੇਰਾ ਪੁੱਤਰ ਹੀ ਨਹੀਂ ਹੈ, ਇਹਨੂੰ ਫੜ ਕੇ ਮਾਰ ਦਓ। ਸੁਣੀ ਸੇਵਕਣ ਗਿਰਾ ਕਠੋਰਾ, ਜਦੋਂ ਕਹਿੰਦੇ ਮੇਰੇ ਪਿਤਾ ਦੇ ਸੇਵਕ ਖੜੇ ਸੀ ਸਾਰੇ ਪਾਸੇ ਤੇ ਉਹ ਜਿਹੜੇ ਸਿਪਾਹੀ ਸਨ ਉਹਨਾਂ ਨੇ ਕਠੋਰ ਬਚਨ ਮੇਰੇ ਪਿਤਾ ਹਰਨਾਕਸ਼ ਦੇ ਸੁਣੇ ਨੇ। ਦਾਨਵ ਉਠੇ ਭਿਆਨਕ ਘੋਰਾ, ਬੜੇ ਭਿਆਨਕ ਜਿਹੜੇ ਦੈਂਤ ਮੇਰੇ ਪਿਤਾ ਦੇ ਸੇਵਕ ਸਨ ਉਹ ਖੜੇ ਹੋ ਗਏ। ਦੀਰਘ ਦਾਤ ਤ੍ਰਿਸ਼ੂਲਾ ਹਾਥਾ, ਜਿਨ੍ਹਾਂ ਦੇ ਬੜੇ ਭਿਆਨਕ ਦੰਦ ਸਨ ਤੇ ਹੱਥਾਂ ਵਿੱਚ ਉਹਨਾਂ ਨੇ ਬਰਸ਼ੇ ਫੜੇ ਹੋਏ ਸਨ। ਤਾਂਬਰ ਬਰਨ ਬਿਥੁਰੇ ਕਚ ਮਾਥਾ, ਜਿਨ੍ਹਾਂ ਦੇ ਤਾਂਬੇ ਵਰਗੇ ਰੰਗ ਸਨ ਤੇ ਵਾਲ ਮੱਥੇ ਤੇ ਖਿਲਰੇ ਹੋਏ ਸਨ। ਤਰਹੋ ਤਰਹੋ ਮਾਰੋ ਕਹਿ ਡਾਂਟੇ, ਲੱਗੇ ਫੜੋ ਫੜੋ ਇਸ ਨੂੰ ਤੇ ਫੜ ਕੇ ਥੱਲੇ ਧਰੋ ਤੇ ਇਹਨੂੰ ਮਾਰੋ, ਇਸ ਤਰ੍ਹਾਂ ਡਰਾਉਣ ਲੱਗੇ ਕਹਿ ਕੇ। ਬੇਗ ਸਰੀਰ ਦਿਹੋ ਇਸ ਕਾਟੇ, ਇਸ ਦਾ ਸਰੀਰ ਜਿਹੜਾ ਹੈ ਉਹ ਛੇਤੀ ਵਾਰ ਕਰਕੇ ਤਰਸ਼ੂਲਾਂ ਦਾ, ਕਿਰਪਾਨਾਂ ਦਾ ਕੱਟ ਦੋ ਇਹਦੇ ਸਰੀਰ ਨੂੰ। ਇੱਕ ਹੈ ਬਾਰ ਸ਼ਸਤਰ ਸਭ ਡਾਰੇ, ਇੱਕੋ ਵਾਰ ਕਹਿੰਦੇ ਸਾਰੇ ਇਹਨਾਂ ਦੈਂਤਾਂ ਨੇ ਮੇਰੇ ਸਰੀਰ ਉੱਤੇ ਸ਼ਸਤਰਾਂ ਦਾ ਵਾਰ ਕੀਤਾ ਹੈ। ਖੜਗ ਸ਼ਕਤ ਤਰਸੂਲਹ ਮਾਰੇ, ਕਿਸੇ ਨੇ ਕਿਰਪਾਨ ਦਾ ਵਾਰ ਕੀਤਾ, ਕਿਸੇ ਨੇ ਤਰਸ਼ੂਲ ਦਾ ਵਾਰ ਮੇਰੇ ਸਰੀਰ ਤੇ ਕੀਤਾ ਹੈ। ਵਿਫਲ ਪ੍ਰਯਾਸ ਤਨਹਿ ਪ੍ਰਭ ਖੋਵਾ, ਪਰ ਇਹਨਾਂ ਦੇ ਸਾਰੇ ਜਿਹੜੇ ਕੀਤੇ ਹੋਏ ਯਤਨ ਨਿਸਫਲ ਗਏ। ਕਿਸ ਨੇ ਰੱਖਿਆ ਕੀਤੀ, ਕਹਿਣ ਲੱਗੇ ਤਿਨਹਿ ਪ੍ਰਭ ਖੋਆ। ਇਹਨਾਂ ਦੇ ਕੀਤੇ ਹੋਏ ਯਤਨ ਜਿਹੜੇ ਉਹ ਪ੍ਰਭੂ ਨੇ ਨਿਸਫਲ ਕਰ ਦਿੱਤੇ, ਸਾਰੇ ਹੀ ਬਿਰਥੇ ਚਲੇ ਗਏ। ਰੋਮ ਨਾ ਇੱਕ ਹੈ ਬਾਂਕੋ ਹੋਵਾ, ਇਹਨਾਂ ਦੇ ਸ਼ਸਤਰਾਂ ਦੇ ਨਾਲ, ਕਿਰਪਾਨਾਂ ਨਾਲ, ਬਰਸ਼ਿਆਂ ਦੇ ਨਾਲ ਮੇਰੇ ਸਰੀਰ ਦਾ ਇੱਕ ਰੋਮ ਵੀ ਜਿਹੜਾ ਸੀ ਉਹ ਨਹੀਂ ਉਖਾੜ ਸਕੇ। ਏਕ ਓੰਕਾਰ ਬਿਮੁਖ ਨਰ ਜੋ, ਜਿਹੜੇ ਇੱਕ ਓੰਕਾਰ ਪਰਮਾਤਮਾ ਤੋਂ, ਪ੍ਰਭੂ ਤੋਂ ਬੇਮੁਖ ਹੋਏ ਸਨ। ਜਿਉ ਤਹ ਕਿਰਿਆ ਵਿਫਲ ਹੈ ਸੋ, ਕਹਿੰਦੇ ਫਿਰ ਉਹ ਜੋ ਵੀ ਕੁਝ ਕਰਨ ਉਹਨਾਂ ਦੇ ਕੰਮ ਜਿਹੜੇ ਨੇ ਨਾ ਉਹ ਨਿਸਫਲ ਹੀ ਜਾਂਦੇ। ਕਿਉਂਕਿ ਭਗਤ ਜੀ ਦਾ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਨਾ, ਜਿਹ ਡਾਲੀ ਪੱਗ ਧਰੋਂ ਸੋਈ ਮੁਰ ਮੁਰ ਜਾਏ। ਇਹੋ ਹੀ ਯਤਨ ਇਹਨਾਂ ਨੇ ਕੀਤੇ। ਹਰਨਾਕਸ਼ ਦੀ ਗੱਲ ਸੁਣ ਕੇ ਦੈਂਤਾਂ ਨੇ ਭਗਤ ਪ੍ਰਹਿਲਾਦ ਜੀ ਨੂੰ ਮਾਰਨ ਦੇ ਯਤਨ ਕੀਤੇ, ਕਿਰਪਾਨਾਂ ਦੇ ਬਰਸ਼ਿਆਂ ਦੇ ਵਾਰ ਕੀਤੇ, ਪਰ ਉਹ ਕੀਤੇ ਹੋਏ ਵਾਰ ਭਗਤ ਜੀ ਕਹਿੰਦੇ ਉਹਦੇ ਨਾਲ ਮੇਰੇ ਇੱਕ ਸਰੀਰ ਦਾ ਰੋਮ ਵੀ ਬਾਂਕਾ ਨਾ ਕਰ ਸਕੇ। ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਇ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਪੇ ਭਜ ਖਲੇ, ਸਭੋ ਭਜੈ ਆਸਰਾ।
ਸਭੋ ਭਜੈ ਆਸਰਾ, ਚੁਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤਾਤੀ ਵਾਓ। ਕਹਿਣ ਲੱਗੇ ਜਦੋਂ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਚੇਤੇ ਆਇਆ ਨਾ, ਤੇ ਫਿਰ ਇਹਨਾਂ ਦੇ ਸ਼ਸਤਰ ਮੇਰਾ ਇੱਕ ਰੋਮ ਵੀ ਬਾਂਕਾ ਨਾ ਕਰ ਸਕੇ। ਇੱਕ ਯਤਨ ਨਹੀਂ ਕੀਤੇ, ਸ਼ਸਤਰਾਂ ਦੇ ਨਾਲ ਅਨੇਕਾਂ ਯਤਨ ਇਹਨਾਂ ਕੀਤੇ। ਫਿਰ ਪ੍ਰਹਿਲਾਦ ਜੀ ਨੂੰ ਪਹਾੜ ਤੋਂ ਸੁੱਟਣਾ, ਪਾਣੀ ਵਿੱਚ ਡੁੱਬਣਾ, ਅਖੀਰ ਹਾਰ ਕਰਕੇ ਇਸ ਹਰਨਾਕਸ਼ ਨੇ ਸੋ ਭਗਤ ਪ੍ਰਹਿਲਾਦ ਜੀ ਨੂੰ ਖਤਮ ਕਰਨ ਵਾਸਤੇ ਆਪਣੀ ਤਲਵਾਰ ਹੀ ਮਿਆਨੋਂ ਧੂ ਲਈ। ਜਿਸ ਤਰ੍ਹਾਂ ਫਿਰ ਪ੍ਰਭ ਥੰਮ ਤੇ ਨਿਕਸੈ ਕੈ ਵਿਸਥਾਰ, ਹਰਨਾਕਸ਼ ਛੇਦਿਓ ਨਖ ਅਪਾਰ। ਥੰਮ ਵਿੱਚੋਂ ਪ੍ਰਗਟ ਹੋ ਕੇ ਪ੍ਰਭੂ ਜੀ ਨੇ ਹਰਨਾਕਸ਼ ਨੂੰ ਆਪਣੇ ਨੌਹਾਂ ਦੇ ਨਾਲ ਪਾੜ ਕੇ ਖਤਮ ਕੀਤਾ। ਇਹ ਵਾਕਿਆ ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਨੇ ਆਪਣੀ ਰਸਨਾ ਤੋਂ ਭਾਈ ਬਾਲਾ ਜੀ ਦੇ ਪੁੱਛਣ ਤੇ ਸੁਣਾਇਆ, ਉਹ ਭਾਈ ਬਾਲਾ ਜੀ ਕਥਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਖਡੂਰ ਦੀ ਧਰਤੀ ਤੇ ਸੁਣਾ ਰਹੇ ਨੇ। ਆਪ ਜੀਆਂ ਵਾਂਗੂ ਬੈਠ ਕੇ ਸਾਰੀਆਂ ਸੰਗਤਾਂ ਵੀ ਖਡੂਰ ਦੀ ਧਰਤੀ ਤੇ ਕਥਾ ਸਰਵਣ ਕਰ ਰਹੀਆਂ ਨੇ। ਇੱਥੇ ਸਮਾਂ ਸਮਾਪਤੀ ਤੇ ਹੈ, ਰਹਿੰਦਾ ਪ੍ਰਸੰਗ ਸੰਗਤ ਜੀ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ। ਆਓ ਦੋ ਪੰਕਤੀਆਂ ਅਖੀਰਲੀਆਂ ਸਰਵਣ ਕਰੀਏ, ਅਰਦਾਸ ਕਰੀਏ ਮਾਲਕ ਦੇ ਚਰਨਾਂ ਵਿੱਚ ਕਿ ਜਿਸ ਨਾਮ ਦੇ ਪ੍ਰਤਾਪ ਨੇ ਭਗਤ ਜੀ ਦੀ ਰੱਖਿਆ ਕੀਤੀ ਹੈ, ਉਹੀ ਪ੍ਰਭੂ ਦਾ ਨਾਮ ਹਰ ਥਾਂ ਤੇ ਰੱਖਿਆ ਕਰਨ ਵਾਲਾ ਹੈ। ਇੱਕ ਨਾਮ ਦੀ ਟੇਕ ਲਈਏ ਸੋ ਫਿਰ ਹੀ ਲੋਕ ਅਤੇ ਪਰਲੋਕ ਸੁਹੇਲਾ ਹੈ। ਦੋ ਪੰਕਤੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਏਕ ਓੰਕਾਰ ਬਿਮੁਖ ਨਰ ਜੋ, ਜਿਉ ਤਹਿ ਕਿਰਿਆ ਬਿਫਲ ਹੈ ਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।